1382 अंक तो ज्ञान शुरू करांगे 1382 और 83 नंबर जिहड़ा हैगा ਆਪਾਂ श्लोक लै रहे हैं जी। बाबा फरीद जी का ਇਹਦੇ ਵਿੱਚ ਜਿਹੜਾ ਹੈਗਾ पंजवीं पातशाही ने ਜਿਹੜੇ ਹੈਗੇ ਵਿੱਚ महाराज ने अपने श्लोक भी लाए हुए आ और नाम फरीद जी का ही पुकारते आ, फरीद जी ਨੂੰ ਹੀ ਐਡਰੈਸ ਕਰਕੇ ਪੁਕਾਰਦੇ ਆ। ਤੇ ਇੱਕ ਇਸ ਤੋਂ ਪਹਿਲਾ ਸ਼ਲੋਕ ਸੀਗਾ ਉਹ ਵੀ ਜਿਹੜਾ ਹੈਗਾ ਇਸੇ ਤਰ੍ਹਾਂ ਮਹਾਰਾਜ ਪੰਜਵੀਂ ਪਾਤਸ਼ਾਹੀ ਦਾ ਸੀਗਾ, ਉਹ ਸੀਗਾ 82ਵਾਂ। ਉਹਦੇ 'ਚ ਮਹਾਰਾਜ ਮਹੱਲਾ ਪੰਜਵਾਂ, ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ, ਜੋ ਜਨ ਪੀਰ ਨਿਵਾਜਿਆ ਤਿਨਾ ਅੰਚ ਨਾ ਲਾਗ। ਕਹਿੰਦੇ ਇਸ ਧਰਤੀ 'ਤੇ ਆਇਆ ਆ ਤੂੰ, ਬੜੀ ਰੰਗ ਬਿਰੰਗੀ ਧਰਤੀ ਆ ਪਿਆਰਿਆ, ਇਹਦੇ ਵਿੱਚ ਤਾਂ ਇੰਨਾ ਸਵਾਦ ਆ, ਇੰਨਾ ਚੋਗਾ ਖਿਲ ਰਿਹਾ ਪਿਆ ਆ, ਤੂੰ ਜਿਹੜਾ ਹੈਗਾ ਬਸ ਫਸ ਜਾਣਾ ਜਿਵੇਂ ਪੰਖੀ ਜਾ ਕੇ ਫਸ ਜਾਂਦੇ ਜਾਲ ਦੇ ਵਿੱਚ, ਜਿਵੇਂ ਮੱਛੀ ਫਸ ਜਾਂਦੀ ਆ ਕੁੰਡੇ ਦੇ ਵਿੱਚ। ਇਹਦੇ ਵਿੱਚ ਜਿਹੜਾ ਹੈ ਨਾ ਜ਼ਹਿਰੀ ਚੋਗਾ ਪਿਆ ਹੋਇਆ ਇਹਦੇ ਵਿੱਚ। ਇਹ ਧਰਤੀ ਰੰਗਾਵਲੀ ਧਰਤੀ ਹੈਗੀ, ਇਹਦੇ ਵਿੱਚ ਜਿਹੜਾ ਹੈਗਾ ਵਿਸ਼ ਦਾ ਜ਼ਹਿਰ ਦਾ ਬਾਗ ਹੈਗਾ, ਇਹਦੇ ਵਿੱਚ ਜ਼ਹਿਰ ਦੇ ਬੂਟੇ ਹੈਗੇ। ਬਸ ਜਿਉਂ-ਜਿਉਂ ਖਾਈ ਜਾਏਗਾ ਤਿਉਂ-ਤਿਉਂ ਜ਼ਹਿਰ ਚੜੀ ਜਾਊਗੀ ਤੈਨੂੰ। ਤੇਰੇ ਸਵਾਦ ਜਿਹੜੇ ਹੈਗੇ ਤੇਰੇ ਅੰਦਰ ਜਿਹੜੇ ਹੈਗੇ ਉਹ ਸਵਾਦ ਐਸੇ ਜਿਹੜੇ ਬਣ ਜਾਣਗੇ ਤੇਰੇ ਅੰਦਰ ਕਿ ਉਹਨਾਂ ਨੂੰ ਛੱਡ ਨਹੀਂ ਪਾਏਗਾ ਤੂੰ। ਪਰ ਜੋ ਜਨ ਪੀਰ ਨਿਵਾਜਿਆ ਤਿਨਾ ਅੰਚ ਨਾ ਲਾਗ। ਜਿਨ੍ਹਾਂ ਨੂੰ ਜਿਹੜੇ ਹੈਗੇ ਪੀਰ ਜਿਹੜੇ ਹੈਗੇ, ਜਿਹੜਾ ਨੇ ਕੋਈ ਗੁਰੂ ਦੀ ਮੱਤ ਹੈਗੀ ਹੈ, ਬ੍ਰਹਮ ਗਿਆਨ ਹੈਗਾ ਜਿਨ੍ਹਾਂ ਦੇ ਕੋਲ, ਬ੍ਰਹਮ ਗਿਆਨੀਆਂ ਦੀ ਜਿਹੜੀ ਹੈਗੀ ਆ, ਉਹਨਾਂ ਨੇ ਜੋ ਕਮਾਈ ਕੀਤੀ, ਉਹਨਾਂ ਨੇ ਜਿਹੜੀ ਹੈਗੀ ਯਾਤਰਾ ਕੀਤੀ ਆ, ਉਹਨਾਂ ਦੀਆਂ ਜਿਹੜਾ GPS ਹੈਗਾ ਜਿਨ੍ਹਾਂ ਦੇ ਕੋਲ, ਉਹਨਾਂ ਦੀ ਸੇਧ ਹੈਗੀ ਤਿਨਾ ਅੰਚ ਨਾ ਲਾਗ। ਉਹਨਾਂ ਦੇ ਅੰਚਲ ਨੂੰ ਜਿਹੜੀ ਹੈਗੀ ਇਹ ਮਾਇਆ, ਇਹ ਜਿਹੜੀ ਹੈ ਜ਼ਹਿਰ, ਇਹ ਜਿਹੜੀ ਹੈਗੀ ਆ ਇਹ ਮੈਲ, ਇਹਨੂੰ ਬਾਣੀ ਮੈਲ ਕਹਿੰਦੀ ਆ। ਇਹ ਮੈਲ ਹੈਗੀ ਆ, ਇਹੀ ਮੈਲ ਹੈਗੀ ਆ ਜਿਹੜੀ ਇਹੀ ਮਨ ਨੂੰ ਮੈਲ ਲੱਗੀ ਹੋਈ ਆ। ਹੋਰ ਮਨ ਨੂੰ ਕਿਹੜੀ ਮੈਲ ਲੱਗਣੀ ਆ? ਇਹਦੇ ਵਿਚਾਰ ਹੈਗੇ ਆ। ਇਹ ਜਿਹੜੀ ਹੈਗੀ ਆ ਇਹਨੂੰ ਓਨਾ ਹੀ ਜਿੰਨੀ ਕੁ ਆਪਣੀ ਨੀਡ ਹੈਗੀ ਉੱਥੇ ਤੱਕ ਹੀ ਰੱਖਣਾ ਹੈ। ਉਸ ਤੋਂ ਅੱਗੇ ਹੁਣ ਜਿਹੜਾ ਹੈਗਾ ਅਗਲਾ ਸ਼ਬਦ ਆਇਆ ਸ਼ਲੋਕ ਮਹੱਲਾ ਪੰਜਵਾਂ। ਫਰੀਦਾ ਉਮਰ ਸੁਹਾਵੜੀ ਸੰਗ ਸੁਮਨੜੀ ਦੇ, ਵਿਰਲੇ ਕਈ ਪਾਈਏ ਜਿਨ੍ਹਾਂ ਪਿਆਰੇ ਨੇ। ਦੇਖ ਲਾ ਪਿਆਰਿਆ ਫਰੀਦਾ, ਤੇਰੇ ਕੋਲ ਜਿਹੜਾ ਹੈਗਾ ਦੇਖ, ਤੈਨੂੰ ਪੀਰ ਵੀ ਹੈਗਾ ਤੇਰੇ ਕੋਲ, ਪੀਰ ਦੀ ਮੱਤ ਵੀ ਹੈਗੀ ਤੇਰੇ ਕੋਲ, ਔਰ ਇਸ ਤੋਂ ਅੱਗੇ ਜਿਹੜਾ ਹੈਗਾ ਤੇਰੀ ਸੋਹਣੀ ਉਮਰ ਹੈ ਤੇਰੇ ਕੋਲ, ਔਰ ਨਾਲ ਦੇ ਕਿੰਨਾ ਸੋਹਣਾ ਸਰੀਰ ਦਿੱਤਾ ਹੈ ਮਾਲਕ ਪਰਮਾਤਮਾ ਨੇ। ਸੁਮੰਨੜੀ ਸੋਨੇ ਵਰਗਾ ਤੇਰਾ ਸਰੀਰ ਦਿੱਤਾ ਹੈ ਮਾਲਕ ਨੇ, ਔਰ ਕਿੰਨੀ ਸੋਹਣੀ ਉਮਰ ਦਿੱਤੀ ਆ। ਉਮਰ ਤੈਨੂੰ ਜਿਹੜਾ ਹੈਗਾ ਇਹ ਮਾਲਕ ਪਰਮਾਤਮਾ ਨੂੰ ਪਾਉਣ ਦੀ, ਮਾਲਕ ਤੱਕ ਦੀ ਯਾਤਰਾ, ਆਤਮਾ ਤੱਕ ਦੀ ਯਾਤਰਾ, ਅਮਰ ਹੋਣ ਦੀ ਯਾਤਰਾ, ਇਹ ਪ੍ਰਕਿਰਤੀ ਦੀ ਕੈਦ 'ਚੋਂ ਬਾਹਰ ਨਿਕਲਣ ਦੀ ਜਿਹੜਾ ਹੈਗਾ ਦੇਖ ਕਿੰਨਾ ਸੋਹਣਾ ਸਰੀਰ ਮਿਲਿਆ ਤੈਨੂੰ, ਘੋੜੀ ਦਿੱਤੀ ਆ ਔਰ ਉਮਰ ਦਿੱਤੀ ਹੋਈ ਆ ਤੈਨੂੰ, ਸਮਾਂ ਦਿੱਤਾ ਹੋਇਆ ਮਾਲਕ ਨੇ। ਪਰ ਵਿਰਲੇ ਕਈ ਪਾਈਨ ਜਿਨ੍ਹਾਂ ਪਿਆਰੇ ਨੇ। ਪਰ ਅਫਸੋਸ ਹੈਗਾ ਕਹਿੰਦੇ ਕਿ ਬਹੁਤ ਹੀ ਟਾਵੇਂ ਜਿਹੜੇ ਹੈਗੇ, ਵਿਰਲੇ ਕਈ ਕੋਈ ਟਾਵਾਂ ਜਿਨ੍ਹਾਂ ਦੇ ਜਿਹੜੇ ਇਸ ਰਸਤੇ 'ਤੇ ਤੁਰਦੇ ਆ, ਜਿਨ੍ਹਾਂ ਨੂੰ ਮਾਲਕ ਪਰਮਾਤਮਾ ਦੇ ਨਾਲ ਪਿਆਰ ਪੈ ਜਾਂਦਾ, ਜਿਨ੍ਹਾਂ ਦਾ ਇਹ ਮਾਇਆ, ਇਹ ਕਾਲਕ, ਇਹ ਜਿਹੜੀ ਹੈਗੀ ਆ ਇਹ ਮਹਿਲ, ਇਹਦੇ ਤੋਂ ਹਟ ਕੇ ਜਿਨ੍ਹਾਂ ਦਾ ਪਿਆਰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੇ ਨਾਲ ਪੈ ਜਾਂਦਾ ਹੈ। ਐਸੇ ਜਿਹੜੇ ਹੈਗੇ ਆ ਵਿਰਲੇ ਹੁੰਦੇ ਆ ਜਿਹੜੇ ਕਿ ਇਸ ਸੋਹਣੇ ਮੌਕੇ ਨੂੰ ਜਿਹੜਾ ਹੈਗਾ ਇਹ ਹੱਥੋਂ ਨਹੀਂ ਜਾਣ ਦਿੰਦੇ ਪਾਏ। ਮਨੁੱਖੀ ਜੂਨ ਜਿਹੜੀ ਹੈਗੀ ਆ ਇਹਨੂੰ ਹੱਥੋਂ ਨਹੀਂ ਗਵਾਉਂਦੇ। ਹਾਂਜੀ ਵਕੀਲ ਸਾਹਿਬ। ਹਾਂਜੀ ਠੀਕ ਹੈ ਜੀ, ਬਹੁਤ ਵਧੀਆ ਸਮਝਾਇਆ ਹੈ। ਉਹ ਕਹਿੰਦੇ ਨੇ ਵਿਰਲੇ ਫਰੀਦਾ ਉਮਰ ਸਾਵੜੀ ਤੰਗ ਸੁਵੰਤੀ ਦੇ। ਪਹਿਲਾਂ ਕਹਿੰਦੇ ਸੁਹਾਵੜੀ ਹੈ, ਬੜੀ ਸੁੱਖ ਵਾਲੀ ਹੈ, ਸੁੱਖ ਨਾਲ ਭਰੀ ਹੈ। ਆਪ ਦੇਖੋ ਹਾਂ, ਜੀਵਨ 'ਚ ਜਦੋਂ ਬੰਦੇ ਦੇ ਸੁੱਖ ਹੁੰਦਾ ਹੈ ਤਾਂ ਉਹਨੂੰ ਕੋਈ ਚੇਤੇ ਥੋੜ੍ਹੀ ਰਹਿੰਦਾ। ਤਿੰਨ ਚੀਜ਼ਾਂ ਜ਼ਿੰਦਗੀ 'ਚ ਬਹੁਤ ਜ਼ਰੂਰੀ ਨੇ ਜਿਹਦੇ ਕਰਕੇ ਬੰਦਾ ਭੱਜਾ ਫਿਰਦਾ।
ਇੱਕ ਇਹਨੂੰ ਸ਼ਕਤੀ ਚਾਹੀਦੀ ਹੈ, ਇੱਕ ਇਹਨੂੰ ਪੈਸਾ ਚਾਹੀਦਾ। ਫਿਰ ਕਹਿੰਦਾ ਕਿ ਲੋਕ ਮੈਨੂੰ ਜਾਣਨ। ਭੋਗ ਵੀ ਚਾਹੀਦੇ ਚੀਜ਼ਾਂ ਗੋਰਖੀ ਸਾਹਿਬ, ਭੋਗ ਵੀ ਚਾਹੀਦੇ ਆ। ਨਿੱਜਰ ਸਾਹਿਬ ਭੋਗ ਤੇ ਫਿਰ ਉਹਨੇ ਲੈ ਹੀ ਲੈਣਾ, ਕੋਈ ਨਹੀਂ ਸ਼ਕਤੀ ਆ ਗਈ। ਮਨੁੱਖ ਜਿਹੜਾ ਹੈ ਨਾ, ਇਹਨਾਂ ਤਿੰਨਾਂ ਚੀਜ਼ਾਂ ਦੇ ਆਲੇ ਦੁਆਲੇ ਘੁੰਮੀ ਜਾਂਦਾ। ਕਿਉਂ? ਕਿਉਂਕਿ ਉਹ ਹਰ ਇੱਕ ਸਾਡੇ ਅੰਦਰ ਦੇਖੀਏ, ਦੇਖੋ ਤੁਹਾਡੇ ਅੰਦਰ ਨਾ ਇੱਕ ਮੈਂ ਚੀਜ਼ ਥੋੜੀ ਕੋਸ਼ਿਸ਼ ਕਰਦਾ ਥੋੜਾ ਜਿਹਾ ਤੁਹਾਨੂੰ ਸਮਝਾਉਣ ਦੀ। ਦੇਖੋ ਨਿੱਜਰ ਸਾਹਿਬ, ਕੱਚ ਜਿਹਾ ਨਹੀਂ ਹੁੰਦਾ, ਪ੍ਰਿਜ਼ਮ ਹੁੰਦਾ ਨਾ, ਪ੍ਰਿਜ਼ਮ। ਹਾਂ, ਪ੍ਰਿਜ਼ਮ 'ਚ ਜਿਹੜੀ ਮਰਜੀ ਲਾਈਟ, ਚਿੱਟੀ ਵੀ ਲਾਈਟ ਹੋ, ਉਹਨੇ ਉਹਨੂੰ ਅਲੱਗ-ਅਲੱਗ ਰੰਗ ਕਰ ਦੇਣੇ, ਉਹਨੇ 7 ਰੰਗ ਬਣਾ ਦੇਣੇ। ਬਾਣੀ ਕੀ ਕਹਿੰਦੀ ਹੈ? ਮਨ ਮੈਲੇ ਤੇ ਸਭ ਕੁਝ ਮੈਲਾ। ਉਹ ਕਹਿੰਦੇ ਜਦੋਂ ਬਰਤਨ ਗੰਦਾ ਹੈ ਤਾਂ ਦੁੱਧ ਵੀ ਪਾਤਾ, ਉਹ ਵੀ ਖਰਾਬ ਹੋ ਜਾਣੇ। ਤੂੰ ਉਹਦੇ ਅੰਮ੍ਰਿਤ ਪਾਇਆ ਤੇ ਉਹ ਵੀ ਖਰਾਬ ਹੋ ਜਾਣਾ। ਕਹਿਣ ਤੋਂ ਭਾਵ ਹੈ ਕਿ ਜਿਹੜਾ ਪ੍ਰਿਜ਼ਮ ਹੈ, ਪ੍ਰਿਜ਼ਮ ਦੇ ਵਿੱਚ ਜਦੋਂ ਪ੍ਰਕਾਸ਼ ਵੜਦਾ ਹੈ ਨਾ, ਸ਼ੁੱਧ ਹੁੰਦਾ ਚਿੱਟੇ ਰੰਗ ਦਾ। ਤੇ ਪ੍ਰਿਜ਼ਮ ਕੀ ਕਰਦਾ? ਉੱਤੇ ਰੰਗ ਚਾੜ ਦਿੰਦਾ। ਹੁਣ ਤੁਸੀਂ ਕਹੋਗੇ ਉਹ ਰੰਗ ਤੇ ਚਿੱਟਾ ਗਿਆ ਸੀ, ਅੱਗੋਂ ਕਿੱਦਾਂ ਬਦਲਿਆ ਗਿਆ? ਉਹਦੇ ਵਿੱਚ ਗੁਣ ਹੈਗੇ ਆ। ਉਹ ਰੰਗ ਬਦਲ ਦਿੰਦਾ, ਚਿੱਟੇ ਰੰਗ ਨੂੰ ਕਿੰਨੇ ਰੰਗਾਂ 'ਚ ਡਿਵਾਈਡ ਕਰ ਦਿੰਦਾ। ਇਸੇ ਕਰਕੇ ਬਾਣੀ ਵੀ ਸਾਨੂੰ ਕਹਿੰਦੀ ਆ ਕਿ ਤੇਰਾ ਜਿਹੜਾ ਅੰਤਰਾਕਰਨ ਹੈ, ਇਹਦੇ 'ਚ ਮਨ ਹੈ, ਬੁੱਧੀ ਹੈ, ਚਿੱਤ ਹੈ, ਹਉਮੈ ਹੈ, ਫਿਰ 5 ਇਹ ਹੈਗੇ ਨੇ, ਔਗਣ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਉਸ ਤੋਂ ਇਲਾਵਾ 2 ਹੋਰ ਨੇ, ਰਾਗ ਤੇ ਦਵੈਸ਼। ਇਹ ਸਾਰੇ ਉਹ ਪ੍ਰਿਜ਼ਮ ਨੇ। ਜਦੋਂ ਤੁਹਾਡੇ ਅੰਦਰ ਜਿਹੜੀ ਸ਼ੁੱਧ ਚੇਤਨਾ ਦੇਖੋ ਪ੍ਰਗਟ ਹੋ ਗਈ ਨਾ, ਤੇ ਤੁਹਾਡੇ ਅੰਦਰ ਜਿਹੜੀ ਅਗਿਆਨ ਇੰਦਰੀ ਹੈ ਨਾ, ਉਹ ਨਸ਼ਟ ਹੋ ਜਾਣੀ ਹੈ। ਇਹ 5 ਤੱਤ ਆ, 5 ਨੂੰ ਬੈਕ ਆਫ ਕਰਨਾ ਹੈ। ਕਹਿਣ ਤੋਂ ਭਾਵ ਆ ਕਿ ਜ਼ਿੰਦਗੀ ਦੇ ਵਿੱਚ ਇੱਕ ਸਵਾਲ ਆ, ਜਿਹੜਾ ਸਵਾਲ ਆਪਾਂ ਇਸ ਜਨਮ 'ਚ ਹੱਲ ਕਰ ਸਕਦੇ ਹਾਂ, ਓਦਾਂ ਨਹੀਂ ਜਿਉਣਾ। ਨਹੀਂ ਹੱਲ ਕਰੋਗੇ ਤੇ ਤੁਰੇ ਜਾਓ, ਬਸ ਤੁਰੇ ਜਾਓ। ਪ੍ਰਕਿਰਤੀ ਕੋ ਬਹੁਤ ਟਾਈਮ ਹੈ ਤੇ ਤੁਹਾਡੇ ਕੋ ਵੀ ਬੜਾ ਟਾਈਮ ਹੈ। ਜਿੰਨਾ ਛੇਤੀ ਆਪਾਂ ਸਵਾਲ ਹੱਲ ਕਰ ਲਾਂਗੇ, ਓਨਾ ਹੀ ਛੇਤੀ ਆਪਾਂ ਇਸ ਗੇਮ 'ਚੋਂ ਬਾਹਰ ਆ ਜਾਵਾਂਗੇ। ਔਰ ਇਹ ਜਿਹੜੀ ਗੱਲ ਹੈ ਨਾ, ਇਹ ਬੜੀ ਪੁਰਾਣੀ ਗੱਲ ਹੈ। ਹਰ ਗ੍ਰੰਥ ਦੇ ਵਿੱਚ ਲਿਖਿਆ ਕਿ ਤੂੰ ਸੱਜਣਾ ਇਸ ਸੰਸਾਰ ਦੇ ਵਿੱਚ ਆਇਆ ਹੈ। ਇਸੇ ਕਹਿੰਦੇ ਕਿ ਅਵਰ ਕਾਜ, ਤੇਰੇ ਜਿੰਨੇ ਵੀ ਤੂੰ ਕਾਰਜ ਕਰ ਰਿਹਾ ਨਾ, ਤੂੰ ਜਿੰਨੇ ਵੀ ਕਾਰਜ ਕਰ ਰਿਹਾ ਹੈ, ਉਹ ਸਾਰਿਆਂ ਨੂੰ ਸੈਕੰਡ ਰੱਖ। ਕਿਉਂ? ਕਿਉਂਕਿ ਜਿੰਨਾ ਚਿਰ ਤੂੰ ਕੋਈ ਪਰਮਾਤਮਾ ਨੂੰ ਅੱਗੇ ਨਹੀਂ ਨਾ ਰੱਖੇਗਾ, ਤੇ ਨਿੱਜਰ ਸਾਹਿਬ ਦੂਜੇ ਕੰਮਾਂ 'ਚ ਗੜਬੜ ਹੋਈ ਜਾਣੀ ਆ। ਇੱਕ ਚੀਜ਼ ਦੇਖੀ, ਉਹ ਨਹੀਂ ਕਹਿੰਦੇ ਕਿ ਪਹਿਲਾਂ, ਹੁਣ ਆਪਾਂ ਪਤਾ ਕੀ ਕਹਿੰਦੇ ਆ, ਆਪਾਂ ਇੱਕ ਬੇਵਕੂਫੀ ਕਰ ਰਹੇ ਹਾਂ। ਮੈਂ ਬੇਵਕੂਫੀ ਕਹਿ ਸਕਦਾ। ਉਹ ਕਹਿੰਦੇ ਕਿ ਆਪਾਂ ਜਦੋਂ ਬੁੱਢੇ ਹੋ ਜਾਵਾਂਗੇ ਉਦੋਂ ਰੱਬ ਦਾ ਨਾਂ ਜਪਣਾ। ਉਹ ਕਹਿੰਦੇ ਉਹਨੇ ਚ ਤੂੰ ਕਾਫੀ ਗੜਬੜ ਕਰ ਲੈਣੀ ਆ। ਸ਼ੇਲਾਂ ਦਾ ਸਰੀਰ ਹੀ ਖਤਮ ਹੋ ਜਾਣਾ ਹੈ ਗੋਰਖੀ ਸਾਹਿਬ, ਕਮਜ਼ੋਰ ਪੈ ਜਾਣਾ। ਫਿਰ ਜਿਹੜੀਆਂ ਹੈਗੀਆਂ ਮੋਹ ਦੀਆਂ ਤਾਰਾਂ ਬਹੁਤ ਜ਼ਿਆਦਾ ਜਕੜ ਲੈਣਾ ਹੈ ਮਾਇਆ ਨੇ, ਸੰਸਕਾਰ ਐਸੇ ਬਣ ਜਾਣੇ, ਕਾਰਨ ਸ਼ਰੀਰ ਇੰਨਾ ਵੱਡਾ ਹੋ ਜਾਣਾ ਹੈ, ਫਿਰ ਕਿ ਜਪਣ ਦਾ ਕਿਵੇਂ ਚਾਂਸ ਹੋਊਗਾ। ਹਾਂਜੀ ਗੋਰਖੀ ਸਾਹਿਬ। ਬੁਢਾਪੇ ਦੇ ਵਿੱਚ ਤਾਂ ਭਾਈ ਕੋਈ ਟਾਵਾਂ ਜਿਹੜਾ ਹੈਗਾ ਇਸ ਪਾਸੇ ਜਿਹੜਾ ਹੈ ਆਉਂਦਾ ਹੈ, ਮਾਲਕ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ। ਅਤੇ ਨਹੀਂ ਤਾਂ ਜਿਹੜਾ ਹੈਗਾ ਆਪਾਂ ਦੇਖ ਲਓ ਬਈ, ਆਪਾਂ ਸੋਚਦੇ ਹਾਂ ਕਿ ਬਈ ਕੱਲ੍ਹ ਨੂੰ ਕਰ ਲਾਂਗੇ, ਕੱਲ੍ਹ ਤਾਂ ਕਦੀ ਆਉਣੀ ਵੀ ਨਹੀਂ ਹੈਗੀ ਜੀਵਨ ਦੇ ਵਿੱਚ। ਜਿਹੜਾ ਕੰਮ ਕਰਨਾ ਹੈ ਭਾਈ ਉਹਨੂੰ ਹੁਣੇ ਹੀ ਕਰ ਲਓ, ਤਤਕਾਲ ਕਰ ਲਓ, ਇਸੇ ਟਾਈਮ ਕਰ ਲਓ। ਜਿਹੜਾ ਹੈਗਾ ਕੱਲ੍ਹ 'ਤੇ ਨਾ ਛੱਡੋ ਉਹਨੂੰ। ਜਿਹੜੇ ਮਾਇਆ ਜਿੱਧਰ ਖਿੱਚਾਂ ਪੈ ਰਹੀਆਂ ਆਪਣੀਆਂ ਜਿਹੜੀਆਂ ਹੈਗੀਆਂ ਇਹ ਪਦਾਰਥ ਆਕਾਰ ਦੇ ਵੱਲ, ਉਹਨਾਂ ਨੂੰ ਭਾਵੇਂ ਡਿਲੇ ਕਰ ਦਿਓ। ਅਤੇ ਇਹ ਜਿਹੜਾ ਹੈਗਾ ਮਾਲਕ ਦਾ ਰਸਤਾ ਜਿਹੜਾ ਹੈਗਾ, ਇਹ ਭਗਤੀ ਜਿਹੜੀ ਹੈਗੀ ਆ, ਇਹਨੂੰ ਆਪਾਂ ਡਿਲੇ ਨਾ ਕਰੀਏ ਜਿੰਨੇ, ਕਿਉਂਕਿ ਆਪਣਾ ਜਿਹੜਾ ਹੈਗਾ ਪੇਪਰ ਜਿਹੜਾ ਹੈਗਾ ਉਹੀ ਰਹਿਣਾ ਹੈ। ਔਰ ਆਪਣੀ ਉਮਰ ਲੰਘ ਜਾਣੀ ਹੈ, ਦਿਨ ਘੱਟ ਜਾਣੇ ਆ ਵਿੱਚੋਂ, ਅਤੇ ਆਪਣੇ ਅੰਦਰ ਜਿਹੜੀ ਹੈ ਕਮਜ਼ੋਰੀ ਆ ਜਾਣੀ ਹੈ ਭਾਈ। ਇਹ ਵੀ ਨਾਲ ਹੋ ਜਾਣਾ ਹੈ।
ਹਾਂਜੀ ਨਿਜਰ ਸਾਹਿਬ ਆਪ ਅੱਗੇ ਚੱਲੋ ਜੀ। ਹਾਂਜੀ ਹਾਂਜੀ ਤੇ ਠੀਕ ਹੈ ਸਾਧ ਸੰਗਤ ਜੀ, ਉਹ ਇੱਕ ਸੈਕਿੰਡ। ਹਾਂਜੀ ਉਹ ਹਾਂਜੀ ਕਹਿੰਦੇ ਆ ਕਿ ਜਿਹੜਾ ਤੇਰਾ ਸਰੀਰ ਨਾਲ ਬਹੁਤ ਪਿਆਰ ਆ, ਤੇ ਹੁਣ ਦੇਖੋ ਸਰੀਰ ਦੀਆਂ ਜ਼ਰੂਰਤਾਂ ਨੇ ਬਸ, ਤੇ ਜ਼ਰੂਰਤਾਂ ਸਾਡਾ ਜਦੋਂ ਲੋਭ ਬਣ ਜਾਂਦੀਆਂ ਨਾ ਤੇ ਫਿਰ ਬਹੁਤ ਗੜਬੜ, ਫਿਰ ਗੜਬੜ। ਦੇਖੋ ਇਨਸਾਨ ਫਿਰ ਕਿੰਨਾ ਪਾਗਲਪਨ ਕਰਦਾ ਹੈ। ਫਿਰ ਬਾਣੀ ਕਹਿੰਦੀ ਨਹੀਂ, ਇਸ ਕਰਕੇ ਤੇਰੇ ਮਨ ਚ ਭਰਮ ਨਾ ਪੈ ਜਾਏ। ਫਿਰ ਬਾਣੀ ਕਹਿੰਦੇ ਕਿ ਸਰਬ ਜਗਤ ਕਾ ਰਾਜਾ ਦੁਖੀ, ਕਿ ਕੱਲ ਨੂੰ ਤੂੰ ਕਿਸੇ ਸੰਸਾਰ ਦਾ ਰਾਜਾ ਵੀ ਬਣ ਜਾਏਗਾ ਨਾ, ਤੂੰ ਦੁਖੀ ਰਹੇਗਾ ਭੋਲਿਆ। ਤੇਰੇ ਮਨ ਚ ਨਾ ਹੋਵੇ। ਔਰ ਜੇ ਤੇਰੇ ਮਨ ਚ ਹੈਗਾ ਨਾ ਕਿ ਹੈ, ਹੋ ਸਕਦਾ ਕਿ ਪਦਾਰਥਾਂ ਚ ਸੁੱਖ ਹੋਊਗਾ, ਤੇ ਇਹ ਤੇਰੇ ਮਨ ਦਾ ਭਰਮ ਹੈ। ਫਿਰ ਉਹ ਕਹਿੰਦੇ ਨੇ ਕਿ ਜੇ ਕਦੇ ਮਨ ਦਾ ਭਰਮ ਆ ਤੇ ਗ੍ਰੰਥਾਂ 'ਚ ਲਿਖਿਆ ਹੈ ਤੇ ਬ੍ਰਹਮ ਗਿਆਨੀ ਲਿਖ ਕੇ ਗਏ। ਕਿਉਂ ਲਿਖ ਕੇ ਗਏ ਨੇ? ਕਿਉਂਕਿ ਸਾਡੇ ਮਨ 'ਚ ਕੋਈ ਕਨਫਿਊਜ਼ਨ ਕ੍ਰੀਏਟ ਨਾ ਹੋਵੇ। ਔਰ ਤੁਸੀਂ ਵੇਖੋ ਕਿੰਨੇ ਲੋਕ ਨੇ, ਉਹਨਾਂ ਕੋਲ ਬਹੁਤ ਪੈਸਾ ਹੈ, ਤੇ ਆਪ ਜਸਟ ਉਹਨਾਂ ਨੂੰ ਪੁੱਛੋ ਕਿ ਤੁਹਾਡਾ ਮਨ ਸ਼ਾਂਤ ਆ? ਉਹ ਕਹਿੰਦੇ ਨਹੀਂ, ਇੰਨਾ ਅਸ਼ਾਂਤ ਆ ਕਿ ਰਾਤ ਨੂੰ ਗੋਲੀ ਖਾ ਕੇ ਸੌਣਾ ਪੈਂਦਾ, ਨੀਂਦ ਨਹੀਂ ਆਉਂਦੀ। ਦੇਖੋ ਨੀਂਦ ਕਿਉਂ ਨਹੀਂ ਆਉਂਦੀ? ਨੀਂਦ ਤੇ ਆਉਣੀ ਚਾਹੀਦੀ ਨਾ ਨਿਜਰ ਸਾਹਿਬ। ਬਿਲਕੁਲ। ਤੁਹਾਡੇ ਕੋਲ ਬੈੱਡ ਨੇ, ਕਮਰੇ 'ਚ ਹਰ ਸਹੂਲਤ ਆ, ਤੁਹਾਡੀ ਫ੍ਰਿਜ 'ਚ ਖਾਣਾ ਪਿਆ ਹੈ, ਨੌਕਰ ਬੈਠੇ ਨੇ ਬਣਾਉਣ ਵਾਸਤੇ, ਤੁਹਾਡੀ ਬੈਂਕਾਂ 'ਚ ਲੱਖਾਂ ਕਰੋੜਾਂ ਰੁਪਈਆ ਪਿਆ ਵਾ, ਤੁਹਾਨੂੰ ਟੈਨਸ਼ਨ ਨਹੀਂ ਹੈ ਕਿ ਆਟਾ ਕਿੱਥੋਂ ਆਉਣਾ ਵਾ, ਗੈਸ ਦਾ ਸਿਲੰਡਰ ਕਿੱਦਾਂ ਭਰਾਉਣਾ ਹੈ, ਬਿਜਲੀ ਦਾ ਬਿੱਲ ਕਿੱਦਾਂ ਤਾਰਨਾ ਹੈ। ਫਿਰ ਕਿਉਂ ਨਹੀਂ ਨੀਂਦ ਆ ਰਹੀ ਤੁਹਾਨੂੰ? ਕਿਉਂਕਿ ਤੁਹਾਡੇ ਕੋਲ ਤੇ ਕੰਮ ਕਰਨ। ਹਾਂ, ਨੀਂਦ ਇਸ ਲਈ ਨਹੀਂ ਆ ਰਹੀ ਕਿਉਂਕਿ ਜਿਹੜਾ ਹੈਗਾ ਮਨ, ਜਿਹੜਾ ਹੈਗਾ ਵਿਚਾਰਾਂ ਦੇ ਵਿੱਚ ਇਹ ਜਿਹੜੇ ਹੈਗੇ ਮਾਇਆ ਜਿਹੜੀ ਹੈਗੀ, ਜੋ ਚੋਗਾ ਖਿਲ ਰਿਹਾ, ਇਹਦੇ ਵਿੱਚ ਫਸਿਆ ਪਿਆ, ਇਹਦੀਆਂ ਤਾਰਾਂ ਦੇ ਵਿੱਚ, ਇਹਦੀਆਂ ਲਹਿਰਾਂ ਦੇ ਵਿੱਚ ਪੂਰੀ ਤਰ੍ਹਾਂ ਜਕੜਿਆ ਹੋਇਆ। ਹਾਂ, ਕਿਉਂਕਿ ਜ਼ਿੰਦਗੀ ਦਾ ਮਕਸਦ ਹੀ ਤੁਸੀਂ ਪੈਸਾ ਬਣਾ ਲਿਆ। ਹਾਂ, ਫਿਰ ਜਦੋਂ ਮਕਸਦ ਬਣਾ ਲਓਗੇ ਤੇ ਫਿਰ ਤੇ ਪ੍ਰੋਬਲਮ ਹੋ ਜਾਏਗੀ ਨਾ। ਬਿਲਕੁਲ। ਉਹ ਸਾਡੇ ਸਰੀਰ ਦੀ ਜ਼ਰੂਰਤ ਹੈ। ਜ਼ਰੂਰਤ ਕਿਤੇ ਕਿੰਨੀ ਕੀ ਹੈ ਤੁਹਾਨੂੰ ਪਤਾ ਹੀ ਹੈ, ਕਿੰਨੀ ਕੁ ਜ਼ਰੂਰਤ ਹੈ। 30-35 ਹਜ਼ਾਰ ਮੇਰਾ ਮਹੀਨੇ ਦਾ ਖਰਚਾ ਹੈ, ਉਸ ਤੋਂ ਉੱਪਰ ਫਿਰ ਮੈਂ ਚੱਲ ਜਾਵਾਂਗਾ। ਚਲੋ ਹੋ ਸਕਦਾ ਕਿ ਥੋੜੇ ਪੈਸੇ ਜਮਾ ਵੀ ਕਰਨਾ, ਜ਼ਿੰਦਗੀ 'ਚ ਕੋਈ ਏਦਾਂ ਦਾ ਟਾਈਮ ਆ ਜਾਏ, ਉਹ ਵੀ ਸਮਾਂ ਕੱਢਣਾ ਜ਼ਰੂਰੀ ਹੈ, ਥੋੜੀ ਸੇਵਿੰਗ ਕਰਨੀ ਜ਼ਰੂਰੀ ਹੈ। ਪਰ ਆਖਰ ਤੇ ਵੇਖ ਲਓ ਬੰਦੇ ਦਾ ਲਾਲਚ ਵੱਧਦਾ ਹੀ ਜਾਂਦਾ ਹੈ। ਉਹ ਫਿਰ ਸੋਚਦਾ ਇਹ ਵੀ ਪੈਲੀ ਲੈ ਲਾਂ, ਆਹ ਵੀ ਪੈਲੀ ਲੈ ਲਾਂ, ਆਹ ਵੀ ਲੈ ਲਾਂ, ਆਹ ਵੀ ਲੈ ਲਾਂ, ਆਹ ਵੀ ਲੈ ਲਾਂ। ਸਾਰੇ ਪੰਜਾਬ ਦੀ ਪੈਲੀ ਵੀ ਬੰਦੇ ਨੂੰ ਮਿਲ ਜੇ ਤਾਂ ਵੀ ਬੰਦੇ ਨੂੰ ਸ਼ਾਂਤੀ ਨਹੀਂ ਆਉਣੀ। ਫਿਰ ਉਹਨੇ ਚੱਲ ਜਾਣਾ ਮਹਾਰਾਸ਼ਟਰ ਵੱਲ, ਉਹ ਵੀ ਪੈਲੀ ਮੈਨੂੰ ਚਾਹੀਦੀ ਹੈ। ਫਿਰ ਜਦ ਨੂੰ ਤਾਂ ਗੋਰਖੀ ਤਾਂ ਜਦ ਨੂੰ ਰੱਬ ਜਿਹੜਾ ਹੈਗਾ ਉਹਦੀ ਪੈਲੀ ਲੈ ਲੈਂਦਾ ਹੈ, ਜਿਹੜਾ ਸਰੀਰ ਦਿੱਤਾ ਸੀ ਉਹੀ ਖਿੱਚ ਲੈਂਦਾ ਅਗਲਾ। ਹਾਂ, ਫਿਰ ਦੂਜੀ ਪੈਲੀ ਵੀ ਖੋਈ ਜਾਂਦੀ ਹੈ। ਇਸ ਕਰਕੇ ਉਹ ਕਹਿੰਦੇ ਕਿ ਠੀਕ ਹੈ, ਉਹਨਾਂ ਕੁ ਚੱਲੋ ਜਿੰਨੀ ਕੁ ਲੋੜ ਆ। ਫਿਰ ਕਹਿੰਦੇ ਆ ਕਿ ਵਿਰਲਾ ਪਾਏ। ਵਿਰਲਾ ਕਿਉਂ ਪਾਉਂਦਾ? ਉਹਦਾ ਕਾਰਨ ਹੈ ਕਿਉਂਕਿ ਹਮੇਸ਼ਾ ਤੋਂ ਅਸੀਂ ਭੀੜ ਨੂੰ ਵੇਖ ਕੇ ਪ੍ਰਭਾਵਿਤ ਹੋ ਜਾਂਦੇ ਹਾਂ। ਭੀੜ ਸਾਨੂੰ ਆਪਣੇ ਵੱਲ ਖਿੱਚਦੀ ਹੈ, ਤੇ ਭੀੜ ਕੋ ਬੜੇ ਸਬੂਤ ਨੇ, ਬਹੁਤ ਵੱਡੇ ਵੱਡੇ ਸਬੂਤ। ਸੱਚ ਨੂੰ ਵੀ ਝੂਠ ਕਰ ਸਕਦੀ ਹੈ ਨਿੱਜਰ ਸਾਹਿਬ, ਭੀੜ ਬਹੁਤ ਖਤਰਨਾਕ। ਇਹਦਾ ਸਬੂਤ ਮੇਰੇ ਕੋਲ ਹੈਗਾ। ਜਦੋਂ ਪਤਾ ਚੱਲਿਆ ਨਾ ਕਿ ਗੁਰੂ ਨਾਨਕ ਪਾਤਸ਼ਾਹ ਤੇ ਉਹਨਾਂ ਦਾ ਅਸਰ ਨਹੀਂ ਹੋ ਰਿਹਾ, ਮਤਲਬ ਉਹਨਾਂ ਦੀਆਂ ਗੱਲਾਂ ਦਾ, ਤੇ ਫਿਰ ਉਹਨਾਂ ਨੇ ਭੰਡੀ ਪ੍ਰਚਾਰ ਕਰਤਾ ਕਿ ਗੁਰੂ ਨਾਨਕ ਪਾਤਸ਼ਾਹ ਕੁਰਾਈ ਹੈ, ਭੂਤਨਾ ਹੈ, ਬੇਤਲ ਹੈ। ਦੇਖੋ ਲੋਕ ਕਿੱਥੇ ਪਹੁੰਚ ਜਾਂਦੇ ਨੇ, ਓਪੋਜੀਸ਼ਨ ਉੱਥੇ ਹੀ ਮੌਜੂਦ ਹੈ ਕਿ ਕਿਉਂ ਬੇਤਲ ਹੈ, ਕਿਉਂ ਭੂਤਨਾ ਹੈ, ਕਿਉਂ ਕੁਰਾਈਆ ਹੈ। ਕਿਉਂਕਿ ਉਹ ਕਹਿੰਦਾ ਕਿ ਇਹ ਸਭ ਬਿਜ਼ਨਸ ਹੈ, ਤੁਸੀਂ ਨਾ ਡਰੋ, ਪਰਮਾਤਮਾ ਦਾ ਇਸ ਚੀਜ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਔਰ ਉਹ ਜੋ ਪਰਮਾਤਮਾ ਹੈ, ਉਹਦਾ ਇਲਹਾਮ ਹੈ ਕਿ ਉਹ ਤੇਰੇ ਅੰਦਰ ਹੈ, ਤੈਨੂੰ ਵਹਿਮ ਪਾ ਦਿੱਤਾ ਹੈ, ਤੈਨੂੰ ਭਰਮ ਪਾ ਦਿੱਤਾ ਹੈ, ਤੈਨੂੰ ਡਰਾ ਦਿੱਤਾ ਹੈ। ਜਿੱਦਾਂ ਕਿ ਇਹਦੇ ਘਰ ਆ ਜਾਂਦਾ ਪੰਡਿਤ, ਉਹ ਕਹਿੰਦਾ ਜੀ ਉਪਾਏ ਕਰਾਓ। ਉਹ ਕਹਿੰਦਾ ਕਾਹਦਾ ਉਪਾਏ? ਉਹ ਕਹਿੰਦੇ ਬਸ ਤੁਹਾਡੇ ਤੇ ਨਾ ਬਿਪਤਾ ਆਉਣ ਵਾਲੀ ਹੈ ਨਿਜਰ ਸਾਹਿਬ। ਤੇ ਹੁਣ ਸਿੱਧੂ ਸਾਹਿਬ ਉਪਾਏ ਕਰਾਉਂਦੇ ਰਹਿ ਗਏ ਵਿਚਾਰੇ, ਬਿਪਤਾ ਤੇ ਆ ਗਈ। ਉਹ ਕਾਲੇ ਧਾਗੇ ਗੁੱਟ ਤੇ ਬੰਨਦੇ ਰਹਿ ਗਏ ਆ। ਉਹ ਪਤਾ ਨੀ ਕਿੰਨਾ ਕੁ ਧਾਗਾ ਬੱਧਾ ਵਿਚਾਰੇ ਨੇ ਸੱਜੇ ਹੱਥ ਗੁੱਟ ਤੇ। ਪਰ ਪਤਾ ਕੀ ਹੁੰਦਾ, ਇਹ ਚੀਜ਼ਾਂ ਨਹੀਂ ਕਰ ਸਕਦੇ ਨੇ, ਇਹ ਰੋਕ ਨਹੀਂ ਸਕਦੇ। ਜਿੱਦਾਂ ਧਾਗੇ ਧੁੱਗੇ ਬੰਨੇ ਤੁਸੀਂ ਸੋਚਦੇ ਜੋ ਕਿ ਸੱਚੀ ਤੁਸੀਂ ਆਪਣੀ ਕਿਸਮਤ ਨੂੰ ਬਦਲ ਲੋਗੇ? ਕਿੱਥੋਂ ਬਦਲੋਗੇ? ਨਹੀਂ ਬਦਲੀ ਜਾਂਦਾ। ਪਰ ਲੋਕਾਂ 'ਚ ਵਹਿਮ ਪਾ ਦਿੰਦੇ ਨੇ ਕਿ ਵੀ ਏਦਾਂ ਕਰ ਲਓ, ਏਦਾਂ ਕਰ ਲਓ।
ਠੀਕ ਹੈ, ਇਹ ਵਹਿਮ ਪਾਏ ਨੇ। ਇਸ ਕਰਕੇ ਇਹਨਾਂ ਵਹਿਮਾਂ ਭਰਮਾਂ ਤੋਂ ਗੁਰੂਆਂ ਨੇ ਸਾਨੂੰ ਬੜਾ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਸੰਸਾਰ ਕੀ ਕਰਦਾ, ਫਿਰ ਦਲਦਲ 'ਚ ਚੱਲ ਜਾਂਦਾ। ਫਿਰ ਕੋਈ ਬ੍ਰਹਮ ਗਿਆਨੀ ਪੈਦਾ ਹੁੰਦਾ, ਫਿਰ ਇਨਸਾਨ ਦਲਦਲ 'ਚ ਚੱਲ ਜਾਂਦਾ। ਆਪ ਦੇਖੋ ਕਿ ਇੰਡੀਆ ਦੇ ਵਿੱਚ ਇੰਨੇ ਬ੍ਰਹਮ ਗਿਆਨੀ ਕਿਉਂ ਆਏ? ਤੇ ਲੋਕਾਂ ਦਾ ਅਗਿਆਨ ਦੂਰ ਹੋਇਆ? ਨਹੀਂ, ਲੋਕ ਉੱਥੇ ਬੈਠੇ ਨੇ। ਹੁਣ ਜਿਹੜਾ ਧਾਰਮਿਕ ਸਥਾਨਾਂ ਤੇ ਇੰਨਾ ਪੈਸਾ ਚੜ੍ਹਦਾ, ਇੰਨਾ ਸੋਨਾ ਚੜ੍ਹਦਾ, ਉਹਨਾਂ ਨੇ ਹਾਰ ਕੇ ਉਹੀ ਸੋਨਾ ਪਤਾ ਨਹੀਂ ਕਿੰਨੇ ਵੱਡੀਆਂ ਮੂਰਤੀਆਂ ਵਿੱਚ ਪਤਾ ਨਹੀਂ ਕਿੰਨੇ ਬੂਹੇ ਖੋਲੇ ਆ, ਹਾਰ ਕੇ ਸੈਂਟਰ ਗੌਰਮੈਂਟ ਨੂੰ ਨਿੱਜਰ ਸਾਹਿਬ ਵਿਆਜ ਤੇ ਦਿੱਤਾ ਉਹ ਸੋਨਾ। ਪਰ ਲੋਕਾਂ ਨੂੰ ਨਹੀਂ ਪਤਾ। ਲੋਕ ਅਜੇ ਵੀ ਬੈਠੇ ਨੇ ਕਿ ਉੱਥੇ ਚੜਾਉਣਾ ਬਹੁਤ ਵਧੀਆ। ਚਲੋ ਚੜਾਉਣਾ ਕੋਈ ਮਾੜੀ ਚੀਜ਼ ਨਹੀਂ ਆ, ਪਰ ਬੰਦਾ ਵਿਵੇਕ ਨਹੀਂ ਹੈਗਾ ਬੰਦੇ ਕੋ ਕਿ ਜਿੱਥੇ ਮੈਂ ਚੀਜ਼ ਚੜਾ ਰਿਹਾ ਕਿ ਸੱਚੀ ਉਹ ਸਹੀ ਜਗ੍ਹਾ ਜਾ ਰਹੀ ਹੈ। ਬਾਣੀ ਤੇ ਕਹਿੰਦੀ ਆ ਤੂੰ ਬਿਨਾਂ ਅਕਲ ਤੇ ਤੂੰ ਜਪ ਵੀ ਨਹੀਂ ਕਰਨਾ, ਭਗਤੀ ਨਹੀਂ ਕਰਨੀ। ਉਹ ਤਾਂ ਗੁਰਕੀ ਸਾਹਿਬ ਇਸ ਤਰ੍ਹਾਂ ਹੈ, ਆਵਰ ਮਨੀ ਦੇਅਰ ਚੁਆਇਸ ਹੋ ਗਿਆ। ਉਹ ਤਾਂ ਪੈਸਾ ਆਪਣਾ ਹੈ, ਚੁਆਇਸ ਉਹਨਾਂ ਦੀ ਹੈਗੀ। ਹਾਂ, ਤੇ ਪਰ ਲੋਕ ਇਹ ਚੀਜ਼ ਤੇ ਬਿਲੀਵ ਕਰਦੇ ਨੇ, ਪਰ ਇਹ ਚੀਜ਼ਾਂ ਮਾੜੀਆਂ ਨੇ। ਹਾਂਜੀ, ਆਪਾਂ ਕਥਾ ਤੇ ਆ ਜਾਈਏ ਸਰ। ਥੋੜਾ ਜਿਹਾ ਮੈਂ ਬਾਹਰ ਚਲ ਗਿਆ। ਨਹੀਂ ਠੀਕ ਹੈ ਜੀ। ਹਾਂਜੀ, ਹਾਂ, ਕਿਸੇ ਦਾ ਮਾਈਕ ਖੁੱਲ ਗਿਆ ਜੀ। ਹਾਂਜੀ 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 ਨਜਰ ਸਾਹਿਬ। ਅਗਲਾ ਸ਼ਲੋਕ ਆ ਗਿਆ, ਕੰਦੀ ਵਹਿਣ ਨਾ ਢਾਏ ਤੋ ਵੀ ਲੇਖਾ ਦੇਵਣਾ। ਕਹਿੰਦੇ ਹੈ ਇਨਸਾਨ, ਦੇਖ ਮਾਲਕ ਨੇ ਤੈਨੂੰ ਸ਼ਕਤੀ ਦਿੱਤੀ ਹੈ, ਤੈਨੂੰ ਪਾਵਰ ਦਿੱਤੀ, ਤੈਨੂੰ ਪੈਸਾ ਦਿੱਤਾ ਹੈ, ਤੇ ਦੇਖ ਦੂਸਰੇ ਜਿਹੜੇ ਹੈਗੇ ਕੰਧੀ ਜਿਹੜੇ ਹੈਗੇ, ਦੂਸਰੇ ਜਿਹੜੇ ਹੈਗੇ ਰਸਤੇ ਦੇ ਵਿੱਚ ਜਿਹੜੇ ਹੈਗੇ ਰੁੱਖੜੇ ਹੈਗੇ, ਉਹ ਵੀ ਚੱਲ ਰਹੇ ਆ, ਉਹਨਾਂ ਨੂੰ ਢਾਹ ਨਾ। ਤੂੰ ਆਪਣੇ ਰਸਤੇ ਤੇ ਬਹਿ ਰਿਹਾ, ਚੱਲ ਰਿਹਾ ਹੈ ਆਪਣੇ ਰਸਤੇ ਤੇ, ਦੂਜਿਆਂ ਨੂੰ ਜਿਹੜਾ ਹੈਗਾ ਤਕਲੀਫ ਨਾ ਦੇ, ਦੂਜਿਆਂ ਨੂੰ ਨੁਕਸਾਨ ਨਾ ਪਹੁੰਚਾ। ਤੋ ਵੀ ਲੇਖਾ ਦੇਵਣਾ, ਤੈਨੂੰ ਲੇਖਾ ਦੇਣਾ ਪੈਣਾ ਹੈ, ਤੂੰ ਵੀ ਲੇਖਾ ਦੇਣਾ ਹੈ ਪਿਆਰਿਆ। ਕੰਦੀ ਵਹਿਣ ਨਾ ਢਾਏ ਤੋ ਵੀ ਲੇਖਾ ਦੇਵਣਾ, ਜਿੱਧਰ ਰੱਬ ਰਜਾਏ ਵਹਿਣ ਤਿਦਾਉ ਗੌ ਕਰੇ। ਦੇਖ ਮਾਲਕ ਕੀ ਚਾਹੁੰਦਾ ਹੈ। ਬ੍ਰਹਮ ਗਿਆਨੀਆਂ ਤੋਂ, ਉਹਨਾਂ ਦੇ ਗਿਆਨ ਤੋਂ ਲੈ ਵੀ ਮਾਲਕ ਕੀ ਚਾਹੁੰਦਾ ਹੈ, ਕਾਹਦੇ ਵਾਸਤੇ ਤੈਨੂੰ ਜਿਹੜਾ ਹੈਗਾ ਇਹ ਸੰਸਾਰ ਦੇ ਵਿੱਚ ਇਹ ਮਨੁੱਖ ਜੂਨ ਇੰਨੀ ਕੀਮਤੀ ਦੇ ਕੇ ਭੇਜਿਆ ਆ। ਦੇਖ ਰੱਬ ਦੀ ਆਹ ਰਜ਼ਾ ਹੈਗੀ ਆ। ਤੂੰ ਆਪਣੇ ਆਪ ਨੂੰ ਦੇਖ, ਤੂੰ ਹੈ ਕੌਣ? ਆ ਸਰੀਰ ਤਾਂ ਤੇਰਾ ਜਿਹੜਾ ਹੈਗਾ ਉਹਨੇ ਮਾਲਕ ਨੇ ਕੱਪੜਾ ਦਿੱਤਾ ਹੈ, ਇਹਨੇ ਫਟ ਜਾਣਾ ਹੈ। ਤੂੰ ਹੈ ਕੌਣ? ਤੂੰ ਆਪਣੇ ਆਪ ਨੂੰ ਬੁੱਝ ਭਾਈ, ਉਧਰ ਨੂੰ ਗਤੀ ਕਰ ਜਿੱਧਰ ਰੱਬ ਰਜਾਏ। ਰੱਬ ਦੀ ਰਜ਼ਾ ਇਸ ਪਾਸੇ ਹੈਗੀ ਆ। ਵਹਿਣ ਤਿਦਾਉ ਗੌ ਕਰੇ, ਗੌਰ ਨਾਲ ਧਿਆਨ ਦੇ ਨਾਲ ਚੱਲ। ਜਿਹੜਾ ਹੈਗਾ ਇਹ ਮਹਾਰਾਜ ਜਿਹੜੇ ਹੈਗੇ 6ਵੀਂ ਪਾਤਸ਼ਾਹੀ ਦੀ ਜਿਹੜੀ ਹੈਗੀ ਆ, ਉਹਨਾਂ ਦਾ ਸਰੀਰ ਥੋੜ੍ਹਾ ਜਿਹਾ ਭਾਰੀ ਸੀਗਾ ਤੇ ਬਚਪਨ ਦੀ ਗੱਲ ਹੈਗੀ, ਤੇ ਉਹ ਜਿਹੜੇ ਹੈਗੇ ਤੁਰ ਰਹੇ ਸੀ ਤੇ ਉਹਨਾਂ ਦੇ ਜਿਹੜੇ ਚੋਲੇ ਦੇ ਨਾਲ ਗੁਲਾਬ ਦੇ ਫੁੱਲ ਜਿਹੜੇ ਹੈਗੇ ਉਹ ਪੰਖੜੀਆਂ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਉਖੜ ਗਈਆਂ। ਤੇ ਉਹ ਕਹਿੰਦੇ ਬਈ ਉਹਨਾਂ ਦੇ ਪਿਤਾ ਬਈ ਜਿਹੜੇ ਹੈਗੇ ਧਿਆਨ ਦੇ ਨਾਲ ਚੱਲ। ਦੇਖੋ ਜਿੱਥੇ ਮਹਾਰਾਜ ਕਹਿੰਦੇ ਜਿੱਧਰ ਰੱਬ ਰਜਾਏ, ਜਿੱਧਰ ਮਾਲਕ ਦੀ ਰਜ਼ਾ ਹੈਗੀ ਆ ਉੱਧਰ ਉਸ ਪਾਸੇ ਨੂੰ ਤੁਰ ਭਾਈ, ਉਸ ਪਾਸੇ ਨੂੰ ਤੁਰ ਜਿੱਧਰ ਨੂੰ ਮਾਲਕ ਨੇ ਜਿਸ ਕੰਮ ਵਾਸਤੇ ਤੈਨੂੰ ਭੇਜਿਆ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕੰਦੀ ਫਿਰ ਆ ਗਈ ਨਾ ਗੱਲ ਸ਼ਕਤੀ ਦੀ। ਤਿੰਨ ਚੀਜ਼ਾਂ ਹੈਗੀਆਂ, ਸ਼ਕਤੀ ਹੈਗੀ ਹੈ, ਇੱਜ਼ਤ ਚਾਹੀਦੀ ਹੈ, ਤੇ ਪੈਸਾ। ਸ਼ਕਤੀ ਆ ਜਾਂਦੀ ਹੈ ਫਿਰ ਕਹਿੰਦੇ ਕੰਧਾਂ ਨਾ ਢਾਹ। ਕਹਿਣ ਤੋਂ ਭਾਵ ਕਹਿੰਦੇ ਤੁਹਾਨੂੰ ਜੇ ਬਲਡੋਜ਼ਰ ਮਿਲ ਗਿਆ ਇਹਦਾ ਮਤਲਬ ਥੋੜੀ ਤੁਸੀਂ ਲੋਕਾਂ ਦੀਆਂ ਕੰਧਾਂ ਹੀ ਢਾਉਣੀਆਂ ਸ਼ੁਰੂ ਕਰ ਦਿਓ। ਤੁਸੀਂ ਕਹੋ JCB ਹੈਗਾ, ਇਹਦੀ ਸ਼ਕਤੀ ਟੈਸਟ ਕਰਨੀ ਹੈ, ਕਿਸੇ ਗਰੀਬ ਦੇ ਘਰ ਲੈ ਜਾਓ, ਉਹਦਾ ਮਕਾਨ ਢਾਹ ਦਿਓ। ਉਹ ਕਹਿੰਦੇ ਏਦਾਂ ਨਾ ਕਰ ਭਾਈ, ਇਹਨੂੰ ਹਜਮ ਕਰ। ਉਹ ਕਿਸੇ ਦੇ ਡੋਲੇ ਥੋੜੇ ਬਣ ਜਾਂਦੇ ਨਾ ਤੇ ਉਹ ਘਰਦਿਆਂ ਦੇ ਦਿਵਾਲੀ ਹੋ ਜਾਂਦਾ। ਨਹੀਂ ਆ ਦੇਖ ਲਓ ਗੁਰਕੀ ਸਾਹਿਬ, ਪੁਤਿਨ ਦੇਖ ਲਓ ਹੁਣ ਜਿਹੜਾ ਇਹੀ ਕੁਛ ਕਰ ਰਿਹਾ, ਫਿਰ ਲੇਖਾ ਜਦ ਦੇਣਾ ਹੈ ਤਾਂ ਉਦੋਂ ਪਤਾ ਲੱਗਣਾ ਇਹਨੂੰ। ਹਾਂ, ਪਰ ਉਹ ਇਨਸਾਨ ਪਤਾ ਕੀ ਹੁੰਦਾ ਹੈ, ਇਨਸਾਨ ਇਹ ਨਿੱਜਰ ਸਾਹਿਬ ਜਦੋਂ ਵਾਹਵਾ ਗਲਤ ਦਿਸ਼ਾ ਦੇ ਵੱਲ ਗਤੀ ਕਰਦਾ ਨਾ ਤੇ ਉਹ ਬਾਣੀ ਤਾਂ ਹੀ ਉਹ ਕਹਿੰਦੀ ਮਤ ਮਾਇਆ ਤਾਰੀ ਅਤ ਅੰਨਾ ਬੋਲਾ। ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਇੰਨਾ ਰੋਲ ਕਚੋਲਾ ਹੈ ਉਹਦੇ ਅੰਦਰ, ਸੁਣਦਾ ਹੀ ਨਹੀਂ ਧਿਆਨ। ਜਿਹੜੀ ਹੈਗੀ ਸਹੀ ਮੱਤ ਤਾਂ ਲੈਂਦਾ ਹੀ ਨਹੀਂ ਅਗਲਾ, ਉਹਨੂੰ ਤਾਂ ਬਸ ਇੰਨਾ ਰੋਲ ਕਚੋਲਾ ਹੈ ਉਹਦੇ ਵਿੱਚ। ਨਿੱਜਰ ਸਾਹਿਬ ਉਹਦਾ ਜਿਹੜਾ ਪ੍ਰਿਜ਼ਮ ਆ ਉਹਨੂੰ ਦਿਖਣ ਨਹੀਂ ਦੇ ਰਿਹਾ।
ਹੁਣ ਤੇ ਰੰਗ ਦਿਖਦੇ ਪਏ ਵਿਚਾਰੇ ਨੂੰ, ਉਹ ਤੇ ਚਿੱਟਾ ਪ੍ਰਕਾਸ਼ ਤੇ ਦਿਖਦਾ ਹੀ ਨਹੀਂ ਹੈ। ਭਗਤੀ ਦਾ ਕੀ ਕਰਨਾ ਹੈ? ਭਗਤੀ ਦਾ ਕਰਨਾ ਹੈ ਆਪਣੇ ਆਪ ਦਾ ਜਾਣਨਾ, ਆਪਣੀ ਆਤਮਾ ਨੂੰ ਪਛਾਣ ਲੈਣਾ। ਅਸੀਂ ਮਨ ਵੀ ਨਹੀਂ ਹੈਗੇ, ਅਸੀਂ ਚਿੱਤ ਵੀ ਨਹੀਂ ਹੈਗੇ, ਅਸੀਂ ਬੁੱਧੀ ਵੀ ਨਹੀਂ ਹੈਗੇ, ਅਸੀਂ ਹਉਮੈ ਵੀ ਨਹੀਂ ਹੈਗੇ, ਅਸੀਂ ਵਿਚਾਰ ਵੀ ਨਹੀਂ ਹੈਗੇ, ਅਸੀਂ ਪੰਜੇ ਔਗਣ ਵੀ ਨਹੀਂ ਹੈਗੇ, ਅਸੀਂ ਰਾਗ ਵੀ ਨਹੀਂ ਹੈਗੇ, ਦੁਐਸ਼ ਵੀ ਨਹੀਂ ਹੈਗੇ। ਫਿਰ ਅਸੀਂ ਕੀ ਆ? ਅਸੀਂ ਉਹ ਚਿੱਟਾ ਪ੍ਰਕਾਸ਼ ਜਿਹੜਾ ਪ੍ਰਿਸ਼ਮ ਦੇ ਵਿੱਚ ਵੱਜਦਾ, ਉਹ ਆ ਅਸੀਂ ਸ਼ੁੱਧ। ਬਾਣੀ ਗ੍ਰੰਥਾਂ 'ਚ ਲਿਖਿਆ ਅਸੀਂ ਹੈਗੇ ਸੱਚ ਚਿੱਤ ਆਨੰਦ, ਸ਼ੁੱਧ ਚੇਤਨਾ, ਨਿਰਦੋਸ਼, ਨਿਰਵਿਕਾਰ, ਨਿਰਭਉ, ਜਿਹਨੂੰ ਕਿਸੇ ਦਾ ਭਾਵ ਨਹੀਂ। ਕਿਉਂ? ਕਿਉਂਕਿ ਉਹਦੇ ਅੰਦਰ ਹੈ ਸਾਰਾ ਕੁਝ, ਫਿਰ ਉਹਨੂੰ ਕਾਹਦਾ ਭਾਵ ਆ? ਇਸੇ ਹੀ ਤਰ੍ਹਾਂ ਤੁਹਾਡੇ ਅੰਦਰ ਜਦੋਂ ਨਿਰਭਉ ਪਦ ਪ੍ਰਗਟ ਹੋ ਗਿਆ ਨਾ, ਤੇ ਤੁਹਾਡੇ ਅੰਦਰ ਭਾਵ ਖਤਮ ਹੋ ਜਾਣਾ। ਇਹ ਨੈਚੁਰਲ ਹੈ, ਇਹਨੂੰ ਕਰਨ ਦੀ ਲੋੜ ਨਹੀਂ, ਬਾਈ ਪ੍ਰੋਡਕਟ ਆ। ਕਿਉਂਕਿ ਉਹ ਸ਼ੁੱਧ ਆ, ਉਹ ਇੰਨਾ ਸ਼ੁੱਧ ਆ, ਉੱਥੇ ਦੋਸ਼ ਨਹੀਂ ਹੈਗਾ। ਫਿਰ ਤੁਹਾਡੇ ਕਰਮ ਆਪਣੇ ਆਪ ਹੀ ਸਹੀ ਹੋ ਜਾਣੇ ਆ, ਬਾਈ ਪ੍ਰੋਡਕਟ। ਕੁਛ ਕਰਨ ਦੀ ਲੋੜ ਨਹੀਂ, ਕਿਉਂਕਿ ਤੁਸੀਂ ਉੱਥੇ ਸੋਰਸ ਕੋ ਪਹੁੰਚ ਗਏ ਜੋ, ਉਸ ਪਾਰਸ ਕੋ ਪਹੁੰਚ ਗਏ ਜੋ। ਉਸ ਪਾਰਸ ਦੇ ਵਿੱਚ ਕੋਈ ਜਾ ਨਹੀਂ ਸਕਦਾ। ਬਾਣੀ ਕਹਿੰਦੀ ਨਾ ਉੱਥੇ ਸੂਰਜ, ਨਾ ਚੰਦਰਮਾ ਨਿਜਸ, ਨਾ ਧਰਤੀਆਂ, ਨਾ ਆਕਾਸ਼, ਉੱਥੇ ਸਮਾਂ ਵੀ ਨਹੀਂ ਹੈਗਾ। ਤੱਤ ਹੈ ਨਹੀਂ ਗਏ ਉੱਥੇ, ਤੱਤ ਨਹੀਂ ਹੈਗੇ। ਕਿੱਥੇ ਪਹੁੰਚ ਗਏ ਤੁਸੀਂ ਆਤਮਾ 'ਚ ਪਹੁੰਚ ਗਏ। ਜਾਂਦੇ ਤਾਂ ਆਪਾਂ ਹਰ ਰਾਤ ਨੂੰ ਆ, ਪਰ ਆਪਾਂ ਬੇਹੋਸ਼ ਹੋ ਜਾਂਦੇ ਆ, ਸਾਨੂੰ ਪਤਾ ਹੀ ਨਹੀਂ ਲੱਗਦਾ ਉੱਥੇ ਹੈਗੇ। ਤੇ ਜਿੱਦਣ ਜਾਗਰਤ 'ਚ ਪਹੁੰਚ ਗਏ, ਉਸ ਦਿਨ ਕਮਾਲ ਹੋ ਜਾਣਾ ਜੀ। ਫਿਰ ਪਤਾ ਲੱਗਣਾ ਕਿ ਆਹ ਸਰੀਰ ਮੇਰਾ ਵੀ ਓਦਾਂ ਬੈਠਾ ਹੈ, ਸਰੀਰ ਮੈਂ ਨਹੀਂ ਹੈਗਾ, ਮੈਂ ਮਨ ਵੀ ਨਹੀਂ ਹੈਗਾ। ਕਿਉਂਕਿ ਮਨ ਵੀ ਉੱਥੇ ਨਿੱਜਰ ਸਾਹਿਬ ਕਿੱਥੇ ਹੈਗਾ? ਅਕਿਰਿਆ ਅਵਸਥਾ 'ਚ ਆ ਗਿਆ। ਮਨ ਨੂੰ ਤਾਂ ਵਿੰਨ ਕੇ ਜਾਣਾ ਹੈ, ਮਨ ਦੇ ਵਿੱਚ ਤਾਂ ਲੰਘ ਗਏ। ਤੇ ਜਿਹੜੀ ਬੁੱਧੀ ਆ, ਜਿਹੜੀ ਨਿਰਣਾ ਕਰਦੀ ਹੈ, ਫੈਸਲਾ ਕਰਦੀ ਆ, ਫਿਰ ਉਹ ਵੀ ਸਾਈਡ ਤੇ ਹੋ ਜਾਂਦੀ ਹੈ। ਉਹ ਵੀ ਸਾਈਡ ਤੇ ਉੱਥੇ ਹੈਗਾ, ਕੁਛ ਵੀ ਨਹੀਂ ਹੁੰਦਾ। ਗੁਰਕਿਤਾਬ ਬਿਲਕੁਲ ਜ਼ੀਰੋ ਤੇ ਆ ਜਾਂਦਾ ਇਨਸਾਨ, ਕੁਛ ਵੀ ਨਹੀਂ ਹੁੰਦਾ, ਬਸ ਉੱਥੇ ਪਹੁੰਚ ਜਾਂਦੇ। ਫਿਰ ਉਹ ਆਤਮਾ ਹੈ। ਫਿਰ ਉੱਥੇ ਜਾ ਕੇ ਬ੍ਰਹਮ ਗਿਆਨੀ ਕਹਿੰਦੇ ਉੱਥੇ ਰੂਪ, ਰੰਗ, ਨਾ ਰੇਖ, ਇਹਨਾਂ ਤਿੰਨਾਂ ਤੱਤਾਂ ਤੋਂ ਅੱਗੇ ਉਹਨੂੰ ਜਾਣਨਾ ਹੈ। ਉਹਨੂੰ ਜਿਹੜਾ ਜਾਣ ਜਾਂਦਾ ਉਹੀ ਬੰਦਾ ਮੁਕਤ ਆ। ਹੁਣ ਇਹ ਲੋਕ ਕਹੀ ਜਾਂਦੇ ਆ ਕਿ ਵੀ ਆਪਣੇ ਕਰਮ ਸਹੀ ਕਰੋ। ਕਰਮ ਤੁਸੀਂ ਕਿੱਦਾਂ ਸਹੀ ਕਰ ਸਕਦੇ? ਕਰਮ ਤੇ ਸਹੀ ਹੋਣੇ ਨਹੀਂ, ਕਿਉਂਕਿ ਜਿਹੜਾ ਅੰਦਰ ਬੈਠਾ ਹੈ ਉਹ ਮੇਨ ਹੈ। ਉਹਨੂੰ ਛੱਡ ਦੋ। ਹੁਣ ਆਪਾਂ ਕਹੀ ਜਾਂਦੇ ਆ, ਉਹ ਜੀ ਬਰਤਨ 'ਚ ਦੁੱਧ ਪਾਓ, ਸ਼ੁੱਧ ਦੁੱਧ ਪਾਓ। ਆਪਾਂ ਲਿਆਉਂਦੇ ਆ, ਫਿਰ ਸ਼ੁੱਧ ਦੁੱਧ ਪਾਉਂਦੇ ਆ, ਉਹ ਫਿਰ ਖਰਾਬ ਹੋ ਜਾਂਦਾ। ਨਹੀਂ ਜੀ, ਦੁੱਧ ਹੋਰ ਲਿਆਓ, ਇਹ ਸ਼ੁੱਧ ਕਰਨਾ। ਬਾਰ-ਬਾਰ ਸਾਰੀ ਜ਼ਿੰਦਗੀ ਪਾਈ ਜਾਓ। ਆਖਰ ਤੇ ਇੱਕ ਛੋਟੀ ਜਿਹੀ ਗੱਲ ਨੂੰ ਸਮਝੀਏ ਕਿ ਬਰਤਨ ਕਿਉਂ ਨਹੀਂ ਸਾਫ਼ ਕਰ ਲੈਂਦੇ ਆਪਾਂ? ਮਨ ਜਿਹੜਾ ਹੈਗਾ ਇਹਨੂੰ ਕਿਉਂ ਨਹੀਂ ਵਿੰਨ ਲੈਂਦੇ? ਇਹਨੂੰ ਵਿੰਨੋ। ਫਿਰ ਕਿੱਦਾਂ ਕਹਿੰਦੇ ਵਿੰਨੋ? ਉਹ ਕਹਿੰਦਾ ਜਿੱਦਾਂ ਕੰਨ 'ਚ ਕੋਕਾ ਨਹੀਂ ਪਾ ਦੇਈਦਾ, ਤੇ ਫਿਰ ਓਦਾਂ ਵਿੰਨੀਦਾ। ਇਹਨੂੰ ਭਗਤੀ ਨਾਲ ਵਿੰਨ ਸਕਦੇ ਆ। ਫਿਰ ਜਦੋਂ ਵਿੰਨ ਜਾਂਦੇ ਆ, ਫਿਰ ਕਹਿੰਦੇ ਆ, ਫਿਰ ਰਾਮਾਨੰਦ ਜੀ ਕਹਿੰਦੇ ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਿਓ ਪੰਗ। ਬਿਲਕੁਲ। ਜਿੰਨਾ ਵਿੰਨਤਾ ਫਿਰ ਉਹ ਕਲੇਮ ਕਰ ਦਿੰਦੇ ਆ ਖੜੇ ਹੋ ਕੇ। ਕਿੱਦਾਂ ਕਰਦੇ ਕਬੀਰ ਸਾਹਿਬ ਵਾਂਗੂ, ਕਹਿੰਦੇ ਜੀ ਕੰਮ ਹੋ ਗਿਆ ਜੇ, ਅਸੀਂ ਨਿਕਲ ਗਏ ਆ। ਫਿਰ ਕੀ ਕਹਿੰਦੇ ਆ? ਕਹਿੰਦੇ ਜਿਸ ਮਰਨੀ ਸੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਹਿੰਦੇ ਮਿਸ਼ਨ ਕੰਪਲੀਟ। ਸਵਾਲ ਮੈਂ ਹੱਲ ਕਰ ਲਿਆ ਹੈ, ਹੁਣ ਨਹੀਂ ਹੈਗਾ ਕੋਈ ਸਵਾਲ। ਔਰ ਇਹਦਾ ਫੈਸਲਾ ਕਿਹਨੇ ਕਰਨਾ ਹੈ? ਤੁਹਾਨੂੰ ਖੁਦ ਕਰਨਾ ਪਊਗਾ। ਜਿਹੜਾ ਲੋਕੀ ਕਹੀ ਜਾਂਦੇ ਆ ਉਹ ਨਹੀਂ ਜੇ ਸਵਾਲ ਹੱਲ, ਮੇਜਰ ਸਾਹਿਬ। ਬਿਲਕੁਲ ਆਪਾਂ ਨੂੰ ਹੀ ਕਰਨਾ ਪੈਣਾ ਹੈ। ਔਰ ਇਹ ਮਨ ਜਿਹੜਾ ਪਤੰਦਰ ਹੈਗਾ ਨਾ, ਇਹਨੂੰ ਹੀ ਜਿਹੜਾ ਹੈਗਾ, ਦੇਖੋ ਇਹੀ ਆਪਾਂ ਨੂੰ ਦੌੜਾਈ ਫਿਰਦਾ ਹੈ। ਬਸ ਜਦ ਮਨ ਹੀ ਨਹੀਂ ਹੈਗਾ ਤੇ ਫਿਰ ਯਾਤਰਾ ਕਾਹਦੀ ਆ? ਬਸ ਸੁਰਤ ਕਿੱਧਰ ਨੂੰ ਜਾਊਗੀ ਫਿਰ? ਤੇ ਨਿਜਰ ਸਾਹਿਬ ਫਿਰ ਤੁਸੀਂ ਧਾਰਮਿਕ ਜੋ ਕਿ ਨਹੀਂ ਜੋ, ਤੇ ਫਿਰ ਗੁਰੂ ਨਾਨਕ ਪਾਤਸ਼ਾਹ ਤਾਈਓ ਤੇ ਕਹਿੰਦੇ, ਕੋਈ ਕਹਿੰਦਾ ਮੈਨੂੰ ਭੂਤਨਾ ਹੈ, ਕੋਈ ਕਹਿੰਦਾ ਬਤਾਲਾ ਹੈ, ਤੇ ਕੋਈ ਕਹਿੰਦਾ ਕੁਰਾਈ ਹੈ। ਪਰ ਜਿਹਨੇ ਵਿੰਨਿਆ ਉਹਨੂੰ ਪਤਾ ਮੈਂ ਕੀ ਆ। You don't need other people's statement. ਬਿਲਕੁਲ, ਉਹਨੂੰ ਨਹੀਂ ਲੋੜ। ਕਿਉਂ ਨਹੀਂ? ਕਿਉਂਕਿ ਉਹਨੂੰ ਪਤਾ ਹੈ ਲੋਕ ਜਿਹੜੇ ਹੈਗੇ ਨੇ ਉਹ ਕਹਿੰਦੇ ਰਾਮ ਰਾਮ ਕਰਤਾ ਸਭ ਜੱਗ ਫਿਰੇ, ਤੇ ਰਾਮ ਨਾ ਪਾਇਆ ਜਾਏ। ਇੱਕ ਬੰਦੇ ਦੀ ਨਹੀਂ ਗੱਲ ਕਰਦੇ, ਕਿਉਂਕਿ ਸਾਰਾ ਜੱਗ ਹੀ ਕਰਦਾ ਫਿਰਦਾ, ਰਾਮ ਨਹੀਂ ਉਹ ਲੱਭਦਾ। ਕਿਉਂ? ਕਿਉਂਕਿ ਜਿੱਥੋਂ ਲੱਭਣ ਦੇ ਆ ਉੱਥੇ ਹੈ ਨਹੀਂ। ਉਹ ਤੇ ਸੁਪੀਰੀਅਰ ਕੰਪਲੈਕਸ ਪਾ ਦਿੰਦੇ ਬੰਦੇ ਦੇ ਦਿਮਾਗ 'ਚ, ਇੱਥੇ ਹੈਗਾ, ਪਰ ਉੱਥੇ ਨਹੀਂ ਹੈਗਾ।
ਬਿਲਕੁਲ ਨਹੀਂ ਹੈਗਾ, ਉੱਥੇ ਹੋ ਵੀ ਨਹੀਂ ਸਕਦਾ, ਕਿਉਂਕਿ ਸੱਚ ਤੇ ਝੂਠ ਦਾ ਕੋਈ ਸੰਪਰਕ ਨਹੀਂ ਹੈਗਾ। ਸੱਚ ਨੂੰ ਹਜਮ ਕਰਨਾ, ਸੱਚ ਨੂੰ ਬਰਦਾਸ਼ਤ ਕਰਨਾ, ਤੁਹਾਡਾ ਜਿਗਰਾ ਬਹੁਤ ਤਗੜਾ ਚਾਹੀਦਾ ਨੇਜਾ ਸਾਹਿਬ। ਬਿਲਕੁਲ। ਇਸੇ ਕਰਕੇ ਆ ਫਿਰ ਵੇਖੋ ਕਹਿੰਦੇ ਨੇ ਆ ਪਲੀਜ਼ ਸਮਝੋ ਇਹ ਬਾਣੀ ਨੂੰ, ਐਵੇਂ ਨਾ ਭੱਜੀ ਜਾਓ, ਕੋਈ ਫਾਇਦਾ ਨਹੀਂ ਗਾ। ਇੱਕ ਲਾਈਨ ਫੜ ਲਓ ਤੇ ਗੱਲ ਖਤਮ ਹੋ ਗਈ ਆ। ਉਹ ਕਹਿੰਦੇ ਆ ਲਾਈਨ ਵੇਖੋ, ਕਹਿੰਦੇ ਆ ਉੱਪਰ ਲਿਖਿਆ ਨਾ, ਕੋਈ ਟਾਵਾਂ ਵਿਰਲਾ ਵਿਰਲਾ ਕੋਈ ਪਾਈਏ, ਜਿਹਨੂੰ ਵੀ ਪਿਆਰ ਦੇ ਪਰਮਾਤਮਾ ਦੇ ਨਾਲ ਨੇ ਆ, ਕਿਉਂਕਿ ਸੱਚ ਨੂੰ ਖਰੀਦਣਾ ਮਜ਼ਾਕ ਨਹੀਂ ਆ। ਫਿਰ ਬਾਣੀ ਕਹਿੰਦੀ ਆ ਖੰਡਿਓ ਤਿੱਖੀ ਵਾਲੋਂ ਨਿੱਕੀ, ਉੱਥੇ ਚੱਲਣਾ ਪਊ। ਤੇ ਗੁਰੂ ਨਾਨਕ ਪਾਤਸ਼ਾਹ ਫਿਰ ਚੱਲੇ ਸੀ। ਫਿਰ ਕੋਈ ਨਾ ਕੋਈ ਗੋਰਖੀ ਸਾਹਿਬ ਮਹਾਰਾਜ ਦੀ ਬਾਣੀ 'ਚ ਕਹਿੰਦੇ, ਕੋਈ ਆਖੇ ਭੂਤ ਨਾ ਕੋ ਕਹੇ ਬਿਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਕੋਈ ਕਹਿ ਦਿੰਦਾ ਸੀ ਵੀ ਇਹ ਤਾਂ ਬੰਦਾ ਹੈਗਾ, ਕਿਉਂ ਇਹਦੇ ਮਗਰ ਪਏ ਹੋ ਤੁਸੀਂ, ਕਾਹਦੇ ਵਾਸਤੇ ਜਿਹੜਾ ਹੈਗਾ। ਕਿਤੇ ਮਹਾਰਾਜ ਕਹਿੰਦੇ ਮੈਂ ਤਾਂ ਭਾਈ ਨਿਮਾਣਾ ਜਿਹਾ ਹੈਗਾ, ਮਾਲਕ ਪਰਮਾਤਮਾ ਦਾ ਕ੍ਰੀਏਸ਼ਨ ਜਿਹੜੀ ਹੈਗੀ। ਦੇਖੋ ਨੇਜਾ ਸਾਹਿਬ, ਇਹਦਾ ਮਤਲਬ ਕਿ ਉਸ ਸਮੇਂ ਤੇ ਕ੍ਰਿਟਿਸਿਜ਼ਮ ਕਿੰਨਾ ਸੀ। ਕਬੀਰ ਜੀ ਜਦੋਂ ਬਨਾਰਸ 'ਚ ਬੈਠੇ ਆ, ਆਪ ਜਸਟ ਸੋਚੋ ਸਾਧ ਸੰਗਤ ਜੀ, ਉੱਥੇ ਲੱਖਾਂ ਕਰੋੜਾਂ ਲੋਕ ਜਾਂਦੇ ਆ। ਬਿਲਕੁਲ। ਉਹਨਾਂ ਨੂੰ ਤਾਂ ਦੇਖੋ ਹਾਥੀ ਦੇ ਅੱਗੇ ਬੰਨ ਕੇ, ਹਾਥੀ ਦੇ ਅੱਗੇ ਸੁੱਟਤਾ ਪੋਟਲੀ ਬਣਾ ਕੇ, ਫਿਰ ਉਹਨਾਂ ਨੂੰ ਦਰਿਆ ਦੇ ਵਿੱਚ ਜਿਹੜਾ ਬੰਨ ਕੇ ਸੁੱਟਤਾ ਸੰਗਲ ਪਾ ਕੇ। ਤੁਸੀਂ ਤੇ ਸੱਚ ਦੀ ਗੱਲ ਕਰੋ, ਤੁਹਾਡੇ ਵੇਖੋ ਦੁਨੀਆ ਕਿੱਦਾਂ ਬਰਖਲਾਫ ਹੋ ਜੂਗੀ। ਤੇ ਪਰ ਕਬੀਰ ਜੀ ਨਹੀਂ ਜੋ ਤੁਹਾਡੇ ਆਖਰ ਤੇ ਫਿਰ ਮਗਹਰ ਕਹਿੰਦੇ ਸਾਰੇ ਗੱਲ ਮਨਾ ਲਈ ਆ, ਉਹਨਾਂ ਐਕਸੈਪਟ ਕਰ ਲਿਆ। ਫਿਰ ਕਹਿੰਦੇ ਮੈਂ ਨਹੀਂ ਹੁਣ ਇੱਥੇ ਰਹਿਣਾ, ਮੈਂ ਚੱਲਿਆ ਉੱਥੇ ਮਗਹਰ ਚੱਲਿਆ, ਉੱਥੇ ਮੁਕਤੀ ਪ੍ਰਾਪਤ ਕਰੂੰ। ਉਹ ਕਹਿੰਦੇ ਤੂੰ ਅੰਤ ਦਾ ਟਾਈਮ ਆਇਆ, ਵੇਖੋ ਦਿਮਾਗ ਖਰਾਬ ਹੋ ਗਿਆ, ਇਹਨੇ ਖੋਤੇ ਦੀ ਜੂਨੇ ਪੈਣਾ। ਡਰਾਇਆ ਉਹਨਾਂ ਨੂੰ ਕਿ ਇੱਥੇ ਜਾਊਗਾ ਤੇ ਸਾਡਾ ਨਾਂ ਖਰਾਬ ਹੋ ਜੂ ਨਾ। ਜਦੋਂ ਇੱਕ ਜਗ੍ਹਾ ਤੋਂ ਆਪਾਂ ਸਮਾਨ ਨਹੀਂ ਲੈਂਦੇ, ਦੂਜੀ ਜਗ੍ਹਾ ਤੇ ਚੱਲ ਜਾਂਦੇ ਆ, ਤੇ ਦੁਕਾਨ ਵਾਲੇ ਦੀ ਟੈਨਸ਼ਨ ਵੱਧ ਜਾਂਦੀ ਹੈ ਨਾ। ਬਿਲਕੁਲ, ਉਹਨਾਂ ਦੀ ਇਨਕਮ ਦੀ ਪ੍ਰੋਬਲਮ ਹੈ ਨਾ। ਹੁਣ ਵੇਖੋ ਤੁਸੀਂ ਮਾੜਾ ਜਿਹਾ ਧਰਮ ਚੇਂਜ ਕਰਕੇ ਵੇਖੋ ਕਿੱਦਾਂ ਰੌਲਾ ਪਾਉਂਦੇ ਆ। ਉਹ ਕਹਿੰਦੇ ਸਿੱਖ ਹੋ ਗਿਆ ਜੀ, ਉਹ ਕਹਿੰਦੇ ਹਿੰਦੂ, ਉਹ ਮੁਸਲਮਾਨ। ਕਿਉਂ? ਉਹ ਕਹਿੰਦੇ ਜਿਹੜੀਆਂ ਬੱਕਰੀਆਂ ਉਹ ਇਕੱਠੀਆਂ ਹੀ ਰਹਿਣ। ਜਦੋਂ ਇੱਕ ਦੀ ਬੱਕਰੀ ਬਾਹਰ ਜਾਂਦੀ ਆ, ਫਿਰ ਵੇਖੋ ਕਿੰਨਾ ਇਸ਼ੂ ਕਰਦੇ ਨੇ। ਕਿਉਂ ਕਰਦੇ ਨੇ? ਕੀ ਫਾਇਦਾ ਹੁੰਦਾ? ਜਦੋਂ ਦੂਜੇ ਦੀ ਬੱਕਰੀ ਸਾਡੇ ਵੱਲ ਆਉਂਦੀ ਹੈ ਤੇ ਉਹਨੂੰ ਪਾਲਿਸ਼ ਕਿਉਂ ਕਰਦੇ ਆ? ਪਤਾ ਸਭ, ਜਿੰਨੇ ਜ਼ਿਆਦਾ ਬੰਦੇ ਓਨੀ ਜ਼ਿਆਦਾ ਇਨਕਮ, ਓਨੀ ਜ਼ਿਆਦਾ ਅਟੈਚਮੈਂਟ। ਇਹ ਸਭ ਲੋਕ ਏਦਾਂ ਲੱਗੇ ਹੋਏ ਨੇ ਵਿਚਾਰੇ, ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈਗੀ। ਹਾਂਜੀ ਨੇਜਾ ਸਾਹਿਬ, ਅੱਗੇ ਚੱਲੀਏ। ਇਸ ਕਰਕੇ ਜਿੱਧਰ ਰੱਬ ਰਜਾਏ ਵਹਿਣ ਤੇ ਦਾਉ ਗੌ ਕਰੇ। ਬਸ ਆਹ ਚੀਜ਼ ਹੈਗੀ ਭਾਈ, ਜੋ ਇਹ ਗਿਆਨ ਕਹਿ ਰਿਹਾ ਆ ਉਹ ਕੰਮ ਕਰੀਏ ਆਪਾਂ, ਜਿਹਦੇ ਵਾਸਤੇ ਆਪਾਂ ਨੂੰ ਇਹ ਮਨੁੱਖੀ ਜੂਨ ਮਿਲੀ ਹੋਈ ਆ। ਫਰੀਦਾ ਦੁੱਖਾਂ ਸੇਤੀ ਦੇਹ ਗਿਆ, ਸੂਲਾਂ ਸੇਤੀ ਰਾਤ। ਕਹਿੰਦੇ ਦੇਖ ਲਾ ਭਾਈ, ਨਹੀਂ ਜਿਹੜਾ ਹੈਗਾ ਰੱਬ ਵਾਲੇ ਪਾਸੇ ਨਹੀਂ ਤੁਰਨਾ। ਤੇ ਪਿਆਰਿਆ ਤੂੰ ਦੱਸ ਦੇ, ਇਮਾਨਦਾਰੀ ਨਾਲ ਦੱਸ ਦੇ ਵੀ ਤੂੰ ਸੁਖੀ ਹੈਗਾ ਆ। ਫਰੀਦ ਜੀ ਤਾਂ ਕਹਿੰਦੇ ਆ ਕਿ ਬਈ ਕੋਈ ਵੀ ਇਨਸਾਨ ਮੈਨੂੰ ਸੁਖੀ ਤਾਂ ਲੱਭਦਾ ਨਹੀਂ। ਕੋਈ ਵੀ ਇਨਸਾਨ ਉਹ ਜਿਹੜਾ ਹੈਗਾ ਸਵਾਦ ਲੈਂਦਾ ਹੈ, ਸਵਾਦ ਵਾਸਤੇ ਉਨਾ ਕੁ ਸਵਾਦ ਆ ਜਾਂਦਾ ਹੈ, ਬੜਾ ਆਪਣੇ ਆਪ ਨੂੰ ਸਮਝਦਾ ਹੈ। ਫਿਰ ਬਾਅਦ ਵਿੱਚ ਫਿਰ ਉਹੀ ਜਿਹੜੇ ਵਿਚਾਰ, ਉਹੀ ਟੈਨਸ਼ਨ, ਉਹੀ ਜਿਹੜਾ ਹੈਗਾ ਫਿਰ ਸ਼ੁਰੂ ਹੋ ਜਾਂਦਾ ਹੈ। ਜਿਹੜੇ ਉਹਦੇ ਅੰਦਰ ਜਿਹੜੇ ਹੈਗੇ, ਕਹਿੰਦੇ ਦਿਨ ਵੀ ਦੁੱਖਾਂ ਦੇ ਨਾਲ ਗਿਆ ਤੇ ਰਾਤ ਜਿਹੜੀ ਹੈਗੀ ਉਹ ਵੀ ਸੂਲਾਂ ਦੇ ਨਾਲ ਜਿਹੜੀ ਹੈਗੀ, ਉਹ ਵੀ ਚਿੰਤਾ ਦੇ ਵਿੱਚ, ਸੋਚ ਫਿਕਰ ਦੇ ਵਿੱਚ ਹੀ ਰਾਤ ਗੁਜ਼ਰ ਰਹੀ ਹੈ ਭਾਈ। ਫਰੀਦਾ ਦੁੱਖਾਂ ਸੇਤੀ ਦੇਹ ਗਿਆ, ਸੂਲਾਂ ਸੇਤੀ ਰਾਤ, ਖੜਾ ਪੁਕਾਰੇ ਪਾਤਣੀ, ਬੇੜਾ ਕੱਪਰਵਾਤ। ਉਹ ਪਿਆਰਿਆ ਤੂੰ ਜੋ ਕਰ ਰਿਹਾ ਆ, ਇਹ ਸਵਾਦ ਰਸਕਸ ਦੁਨੀਆ ਦੇ ਪਦਾਰਥ, ਉਹ ਤੇਰਾ ਤਾਂ ਬੇੜਾ ਜਿਹੜਾ ਹੈਗਾ ਸੰਸਾਰ ਦੇ ਵਿੱਚ, ਤੇਰੀ ਯਾਤਰਾ ਜਿਹੜੀ ਹੈਗੀ, ਇਹ ਤਾਂ ਜਿਹੜਾ ਹੈਗਾ ਤੂਫਾਨ ਦੇ ਵਿੱਚ ਆਇਆ ਹੋਇਆ ਹੈ। ਵਾਤ ਕਹਿੰਦੇ ਆ ਬਿਲਕੁਲ ਤੂਫਾਨ ਦੇ ਵਿੱਚ, ਤੂਫਾਨ ਦਾ ਸ਼ੋਰ, ਪੂਰਾ ਤੂਫਾਨ ਨੇ ਇਹਨੂੰ ਜਿਹੜਾ ਹੈਗਾ ਘੇਰਿਆ ਹੋਇਆ ਪੂਰਾ ਤੋਂ ਪੂਰਾ। ਖੜਾ ਪੁਕਾਰੇ ਪਾਤਣੀ, ਪਾਤਣੀ ਜਿਹੜਾ ਹੈਗਾ, ਜਿਹੜਾ ਮੱਲਾ ਹੋਕਾ ਦੇ ਰਿਹਾ ਹੈ, ਭਾਈ ਦੇਖੋ ਤੁਹਾਡਾ ਬੇੜਾ ਜਿਹੜਾ ਹੈਗਾ ਤੂਫਾਨ ਦੇ ਵਿੱਚ ਡੁੱਬ ਜਾਣਾ ਹੈ ਬੇੜਾ। ਹਾਂਜੀ ਗੌਰਕੀ ਸਾਹਿਬ। ਆਹੋ ਠੀਕ ਹੈ ਜੀ। ਉਹ ਕਹਿੰਦੇ ਆ ਕਿ ਤੇਰਾ ਬੇੜਾ ਜਿਹੜਾ ਨਾ ਉਹ ਡੁੱਬ ਜਾਣਾ, ਤੇ ਤੂੰ ਭੋਲੇ ਲੱਕੜ ਬਣ ਕੇ ਬੈਠਾ। ਦੇਖਿਆ ਲੱਕੜਾਂ? ਬਿਲਕੁਲ। ਨਦੀ ਚ ਕਦੇ ਰੁੜਦੀਆਂ ਵੇਖੀਆਂ? ਉਹ ਨਦੀ ਚ ਜਿਹੜੀਆਂ ਲੱਕੜਾਂ ਹੁੰਦੀਆਂ ਨਾ, ਉਹਨਾਂ ਦੇ ਚ ਪਾਵਰ ਨਹੀਂ ਹੁੰਦੀ। ਜਿੱਧਰ ਪਾਣੀ ਗਿਆ ਉਧਰ ਤੁਰ ਪਈਆਂ, ਜਿੱਧਰ ਛੱਲ ਵੱਜੀ ਉਧਰ ਤੁਰ ਪਈਆਂ। ਉਹ ਕਹਿੰਦੇ ਤੇਰਾ ਬੇੜਾ ਵਾ, ਇਹਨੂੰ ਮੋੜ। ਬਿਲਕੁਲ। ਉਹ ਤੂੰ ਕੋਈ ਭੀੜ ਦੇ ਵਿੱਚ ਵੜਿਆ ਫਿਰਦਾ, ਤੂੰ ਕੋਈ ਲੱਕੜ ਥੋੜੀ ਆ। ਤੂੰ ਗਰੁੱਪ
ਦਾ ਹਿੱਸਾ ਥੋੜੀ ਆ। ਉੱਥੇ ਵੇਖਿਆ ਕਿਤੇ ਨਹਿਰ ਨੂਰ ਤੇ ਕਿੰਨੀਆਂ ਛੋਟੀਆਂ ਛੋਟੀਆਂ ਲੱਕੜਾਂ ਇਕੱਠੀਆਂ ਹੋਣਗੀਆਂ ਤੇ ਦੂਜੀਆਂ ਲੱਕੜਾਂ ਧੱਕਾ ਧੁੱਕਾ ਮਾਰ ਕੇ ਇਕੱਠੀਆਂ ਕਰ ਲੈਂਦੀਆਂ, ਦੂਜੀਆਂ ਹੋਰ ਨੂੰ ਵੈਕਿਊਮ ਜਿਹਾ ਕ੍ਰੀਏਟ ਕਰ ਲੈਂਦੀਆਂ। ਉਹ ਕਹਿੰਦੇ ਕਿ ਤੇਰਾ ਬੇੜਾ ਵਾ, ਤੂੰ ਲੱਕੜ ਨਹੀਂ ਹੈਗਾ, ਤੂੰ ਚੱਪੂ ਕੱਢ ਆਪਣਾ, ਉਹ ਭੀੜ ਚੋਂ ਬਾਹਰ ਆ ਜਾ। ਕਿਉਂਕਿ ਉਹ ਛੱਡੇਗਾ ਤੇ ਨਿੱਜਾ ਸਾਹਿਬ ਉਸ ਸ਼ੈਡ ਨੂੰ ਛੱਡੇਗਾ, ਫੇਰ ਹੀ ਕੁਛ ਹੋਊਗਾ ਨਾ। ਬਿਲਕੁਲ। ਹੁਣ ਬੇੜਾ ਜਿਹੜਾ ਵਾ ਤੇਰਾ ਉਹ ਉਧਰ ਜਾ ਰਿਹਾ, ਔਰ ਤੂੰ ਚੱਪੂ ਚੁੱਪੂ ਐਨ ਅੰਦਰ ਰੱਖੇ ਆ ਤੇ ਬੜੀ ਸ਼ਾਂਤੀ ਨਾਲ ਬੈਠਾ ਜੀ। ਓਕੇ ਰਿਪੋਰਟ ਆ, ਉਹ ਕਹਿੰਦੇ ਭੋਲੇ ਅੱਗੇ ਵਰਲਪੂਲ ਹੈਗਾ ਵਾ ਘੁੰਮਣ ਘੇਰੀ, ਲੱਕੜਾਂ ਨੂੰ ਜਾਣਦੇ, ਉਹ ਚੱਪੂ ਚੁੱਪੂ ਮਾਰ, ਉਸ ਵੈਕਿਊਮ ਚੋਂ ਬਾਹਰ ਆ ਜਾ। ਕਿਉਂਕਿ ਉਹ ਵੈਕਿਊਮ ਕਿਹਦਾ ਵਾ ਪਤਾ ਤੁਹਾਨੂੰ? ਇਹ ਵੀ ਨਹੀਂ ਪਤਾ ਹੋਣਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ। ਬਿਲਕੁਲ ਬਿਲਕੁਲ ਇਹੀ ਹੈਗਾ, ਇਹੀ ਨਦੀ ਹੈਗੀ, ਇਹੀ ਦਰਿਆ ਹੈਗਾ, ਇਹੀ ਸਮੁੰਦਰ ਹੈਗਾ। ਇਹ ਭੀੜ ਨੂੰ ਖਿੱਚੀ ਜਾ ਰਿਹਾ ਵਾ ਉਹ, ਤੇ ਆਪਾਂ ਬੜੇ ਖੁਸ਼ ਆ। ਉਹ ਮੇਰੇ ਵਰਗਾ ਕਹਿੰਦਾ ਲੋਭ ਵੇਖੋ ਇੰਨਾ ਮੈਨਾ ਕੋਈ ਇਕੱਠਾ, ਉਹ ਕਹਿੰਦਾ ਭੋਲਿਆ ਤੂੰ ਵੇਂਦਾ ਨਹੀਂ ਪਿਆ ਕਿੱਦਾਂ ਤੈਨੂੰ ਖਿੱਚੀ ਜਾਣ ਦਿਆ, ਔਰ ਜਿੰਨਾ ਤੂੰ ਉਹਦੇ ਘੇਰੇ ਦੇ ਲਾਗੇ ਜਾਣਦੇ ਆ ਉਹਦਾ ਪ੍ਰੈਸ਼ਰ ਵੱਧਦਾ ਜਾਣਾ ਤੇਰੇ ਤੇ। ਬਿਲਕੁਲ। ਅਗਲੇ ਸ਼ਲੋਕ ਦੇ ਵਿੱਚ ਫਰੀਦ ਜੀ ਇਹੀ ਕੁਛ ਕਹਿ ਰਹੇ ਗੋਰਖੀ ਸਾਹਿਬ, ਕਹਿੰਦੇ ਲੰਮੀ ਲੰਮੀ ਨਦੀ ਵਹੈ, ਲੰਮੀ ਲੰਮੀ ਨਦੀ ਵਹੈ ਕੰਧੀ ਕੇ ਹੇਤ। ਕਹਿੰਦੇ ਲੰਮੀ ਲੰਮੀ ਨਦੀ ਵਹਿ ਰਹੀ ਆ। ਕਹਿੰਦੇ ਜਿਹੜੇ ਰੁੱਖੜੇ ਹੈਗੇ ਕੰਧਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਢਾਉਣ ਦੇ ਵਾਸਤੇ ਇਹ ਹੈਗੀ ਆਪ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੋਹ ਦੀ ਨਦੀ। ਇਹ ਵਿਕਾਰਾਂ ਦੀ ਤ੍ਰਿਸ਼ਨਾ ਦੀ ਨਦੀ ਹੈ ਪੂਰੀ ਦੀ ਪੂਰੀ। ਲੰਮੀ ਲੰਮੀ ਨਦੀ ਵਹਿ ਕੰਧੀ ਕੇ ਹੇਠ। ਕਾਹਦੇ ਵਾਸਤੇ? ਕਿਉਂ ਵਹਿ ਰਹੀ ਆ? ਕਿਉਂਕਿ ਇਹ ਆਪੋਜ਼ਿਟ ਟੀਮ ਹੈਗੀ, ਮਾਲਕ ਨੇ ਇਹੀ ਤਾਂ ਗੇਮ ਪਾਈ ਹੋਈ ਆ ਵੀ ਇਹਨੂੰ ਢਾਉਣਾ, ਇਹਨੂੰ ਡੁਬੋਣਾ ਹੈਗਾ। ਲੰਮੀ ਲੰਮੀ ਨਦੀ ਵਹਿ ਕੰਧੀ ਕੇ ਹੇਠ, ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹੇ ਸੁਚੇਤ। ਕਹਿੰਦੇ ਜਿੰਨੀ ਮਰਜੀ ਤੇਜ਼ ਵਗ ਜਾਏ, ਜਿੰਨਾ ਮਰਜੀ ਤੂਫਾਨ ਆ ਜਾਏ, ਕੱਪਰ ਆ ਜਾਏ, ਜਿੰਨਾ ਮਰਜੀ ਆ ਜਾਏ, ਜਿਹੜਾ ਹੈਗਾ ਪਾਤਣ ਜਿਹੜਾ ਹੈਗਾ, ਜਿਹੜਾ ਮਲਾਹ ਜਿਹੜਾ ਹੈਗਾ, ਜਿਹੜਾ ਬੇੜੇ ਨੂੰ ਚਲਾਉਣ ਵਾਲਾ ਹੈਗਾ, ਜੇ ਉਹ ਸਹੀ ਜਿਹੜੇ ਤਰੀਕੇ ਦੇ ਨਾਲ ਬੇੜੇ ਨੂੰ ਖੇਰਿਆ ਆ ਤੇ ਉਹ ਜਿਹੜਾ ਹੈਗਾ ਨਹੀਂ ਡੁੱਬਦਾ ਭਾਈ। ਹਾਂਜੀ ਵੀਰ ਜੀ, ਤੁਸੀਂ ਤਾਂ ਵੋਟਿੰਗ ਕੀਤੀ ਹੈ ਨਾ। ਉਹ ਪਹਿਲਾਂ ਹੀ ਆ ਗਈ ਬਾਣੀ। ਉਹ ਕਹਿੰਦਾ ਚਾਲਕ ਤੂੰ ਆ ਸੱਜਣਾ, ਅਜੇ ਜੀਵਨ ਤੇਰੀ ਅਨੁਸਾਰ ਚੱਲਣ ਦਿਆ ਵਾ, ਪਰ ਤੈਨੂੰ ਪਤਾ ਹੋਣਾ ਚਾਹੀਦਾ। ਬਸ ਇੰਨੀ ਗੱਲ ਕਹਿ ਰਿਹਾ, ਯੂ ਸ਼ੁੱਡ ਬੀ ਅਵੇਅਰ ਬਸ। ਤੇ ਬੇੜਾ ਕਿਤੇ ਨਹੀਂ ਜਾਊਗਾ। ਤੇ ਜਦੋਂ ਤੂੰ ਅਵੇਅਰ ਹੀ ਨਹੀਂ ਹੈਗਾ, ਫਿਰ ਚੱਪੂ ਅੰਦਰ ਸੁੱਟ ਕੇ ਬੈਠਾ ਬੜਾ ਲੰਮਾ ਪੈ ਕੇ, ਤੇ ਉੱਥੇ ਭੋਗਾਂ ਨੂੰ ਭੋਗੀ ਜਾਂਦੇ ਆ। ਫਿਰ ਤੇ ਸੱਜਣਾ ਕਹਿੰਦੇ ਗੜਬੜਿਆ ਨਾ, ਤੇ ਸੀਰੀਅਸ ਮੈਟਰ ਆ, ਤੇਰੇ ਲਈ ਚੰਗਾ ਨਹੀਂ। ਉਹ ਇਹ ਨਾ ਕਹਿੰਦੇ ਆ। ਕਿਉਂ ਕਹਿੰਦੇ ਆ? ਜਦੋਂ ਆਪਾਂ ਛੋਟੇ ਬੱਚੇ ਨੂੰ ਕਹਿੰਦੇ ਆ ਪੁੱਤ ਪੜ੍ਹ ਲਓ, ਪੜ੍ਹ ਲਿਖ ਲਓ, ਕਿਉਂਕਿ ਜਿਹੜੇ ਦੁੱਖ ਅਸੀਂ ਭੋਗੇ ਆ ਤੁਹਾਨੂੰ ਨਾ ਭੋਗਣੇ ਪੈਣ। ਤੁਹਾਡੇ ਹੱਥ ਵਿਦਿਆ ਹੋਊਗੀ ਤੇ ਪੁੱਤ ਜਿੱਥੇ ਮਰਜ਼ੀ ਚੱਲ ਜੀ, ਭਾਵੇਂ ਕੋਈ ਵੀ ਕੰਮ ਕਰ ਲਈ, ਉਹ ਸਰਟੀਫਿਕੇਟ ਇੱਕ ਨਿੱਕਾ ਜਿਹਾ ਵਾ, ਉਹ ਤੇਰੇ ਬੜੇ ਕੰਮ ਆਊਗਾ। ਥੋੜੇ ਜਿਹੇ ਕਾਗਜ਼, 4-5 ਕਾਗਜ਼ ਹੋਣ ਬੰਦੇ ਕੋਲ ਤਾਂ ਬੰਦਾ ਨੇਰੀ ਲਿਆ ਆਉਂਦਾ। ਇਹੋ ਕਹਿਣਾ ਚਾਹੁੰਦੇ ਨੇ ਬਜ਼ੁਰਗ, ਇਹੋ ਬਾਣੀ ਸਾਨੂੰ ਕਹਿਣਾ ਚਾਹੁੰਦੀ ਆ ਕਿ ਤੂੰ ਕਮ ਸੇ ਕਮ ਅਵੇਅਰ ਹੋ ਜਾ ਯਾਰ। ਅਜੇ ਤੇ ਤੂੰ ਤੈਨੂੰ ਪਤਾ ਨਹੀਂ ਲੱਗਣ ਦਿਆ ਤੂੰ ਕਿੱਧਰ ਜਾਣਦੇ ਆ। ਉਹ ਲੱਕੜਾਂ ਦੇ ਨਾਲ ਤੁਰਿਆ ਫਿਰਦਾ ਹੈ, ਪਰ ਤੇਰੇ ਕੋਲ ਬੇੜਾ ਹੈਗਾ ਹੈ, ਲੱਕੜ ਨਹੀਂ ਆ, ਬੇੜਾ ਹੈਗਾ। ਔਰ ਗੋਰਖੀ ਸਾਹਿਬ, ਜੇ ਬੇੜੇ ਨੂੰ ਚਲਾਉਣਾ ਤੈਨੂੰ ਨਹੀਂ ਆਉਂਦਾ, ਤੈਨੂੰ ਐਕਸਪਰਟ ਹੈਗੇ ਆ, ਡਿਮਾਂਡ ਕਰ ਐਕਸਪਰਟ ਦੀ। ਤੂੰ ਬ੍ਰਹਮ ਗਿਆਨੀਆਂ ਕੋਲੋਂ, ਗੁਰੂ ਕੋਲੋਂ ਜਿਹੜਾ ਹੈਗਾ ਸਿੱਖ ਲਾ ਬੇੜਾ ਕਿਸ ਤਰ੍ਹਾਂ, ਉਹਦੇ ਕੋਲ ਡਾਇਰੈਕਸ਼ਨ ਲੈ ਲਾ ਉਹਨਾਂ ਕੋਲੋਂ। ਆਹੋ, ਤੈਨੂੰ ਫਿਰ ਉਹ ਇੱਕ ਪਲਾਨ ਦੇ ਦੇਣਗੇ, ਤੂੰ ਦਲਦਲ 'ਚ ਨਹੀਂ ਫਸੇਗਾ। ਠੀਕ ਹੈ ਨੀ? ਜਦੋਂ ਸਾਡੇ ਜਹਾਜ਼ ਜਾਂਦੇ ਨਾ ਕਿਸੇ ਦੇਸ਼ 'ਚ ਵੀ, ਬਿਲਕੁਲ, ਤੇ ਅਸੀਂ ਫਿਰ ਉਹਨਾਂ ਦੇਸ਼ 'ਚ ਜਾ ਕੇ ਰਿਕੁਐਸਟ ਕਰਦੇ ਹਾਂ ਪਾਇਲਟ ਚਾਹੀਦਾ ਸਾਨੂੰ। ਉਹ ਪਾਇਲਟ ਨਿੱਕੀ ਜਿਹੀ ਬੋਰਡ ਤੇ ਆਉਂਦਾ, ਉਹ ਫਿਰ ਕਹਿੰਦਾ ਆਹ ਲਓ ਜੀ ਆਹ ਪਲਾਨ ਬਣਾਉਂਦਾ ਜੀ, ਕਹਿੰਦਾ ਇਹਨੂੰ ਕੋਰਸ ਨੂੰ ਫੋਲੋ ਕਰੋ, ਆਹ ਹੈਡਿੰਗ ਰੱਖੋ ਬਸ, ਤੇ ਤੁਸੀਂ ਮੰਜ਼ਿਲ ਤੇ ਪਹੁੰਚ ਜਾਓਗੇ। ਉਹ ਐ ਕਿਸ਼ਤੀਆਂ ਕੁਸ਼ਤੀਆਂ 'ਚ ਦੁਨੀਆ ਭਰ ਦੇ ਜਹਾਜ਼ਾਂ 'ਚੋਂ ਕੱਢ ਕੇ ਅਗਲਾ ਗਾਂਹ ਲੈ ਜਾਂਦਾ। ਨਿਗਲ ਸਾਹਿਬ, ਬਿਲਕੁਲ। ਸੋ ਕਹਿਣ ਤੋਂ ਭਾਵ ਇਹ ਹੋਈ, ਇੱਥੇ ਜਿਹੜੀ ਬੇੜੇ ਨੂੰ ਗਾਈਡ ਕਰਨ ਵਾਲੀ ਜਿਹੜੀ ਚੀਜ਼ ਹੈ, ਪਾਇਲਟ ਹੈਗਾ, ਉਹ ਸਾਡੇ ਬ੍ਰਹਮ ਗਿਆਨੀ ਨੇ। ਠੀਕ ਹੈ ਜੀ, ਉਹਨਾਂ ਕੋਲ ਲੈ ਲਓ। ਉਹ ਕਹਿੰਦੇ ਆ ਕਿ ਬਸ ਮਾੜਾ ਜਿਹਾ ਇੰਨਾ ਹੀ, ਥੋੜਾ ਜਿਹਾ ਕਿ ਤੂੰ ਕੈਪਟਨ ਆ, ਇਹ ਨਾ ਹੋਵੇ ਕਿ ਸ਼ਰਾਬ ਦੀ ਬੋਤਲ ਪੀ ਕੇ ਸੁੱਤਾ ਰਵੀਂ। ਤੂੰ ਹੋਸ਼ 'ਚ ਰਹਿ ਕਿ ਤੂੰ ਇੱਕ ਸ਼ਿਪ ਦਾ ਕੈਪਟਨ ਆ, ਔਰ ਤੇਰਾ ਬੇੜਾ ਕਿੱਧਰ ਜਾ ਰਿਹਾ ਤੈਨੂੰ ਪਤਾ ਹੋਣਾ ਚਾਹੀਦਾ। ਬਸ ਇੰਨੀ ਗੱਲ। ਬਸ ਔਰ ਇਹ ਵੀ ਪਤਾ ਹੋਣਾ ਚਾਹੀਦਾ ਉਹ ਤਾਂ ਜਿਹੜਾ ਹੈਗਾ
ਕੈਪਟਨ ਨੂੰ ਤਾਂ ਇਹ ਵੀ ਪਤਾ ਹੁੰਦਾ ਭਾਈ ਥੱਲੇ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਬਰਫ਼ ਹੈਗੀ ਆ, ਬਰਫ਼ ਬਹੁਤ ਜ਼ਿਆਦਾ ਹੈਗੀ, ਜਿਵੇਂ ਉਹ ਡੁੱਬ ਗਿਆ ਸੀ ਇੱਕ ਜਹਾਜ਼ ਜਿਹੜਾ ਸੀਗਾ ਥੱਲੇ, ਟਾਇਟੈਨਿਕ। ਹਾਂ ਉਵੇਂ ਦੀ ਵੀ ਹੈਗੀ। ਤੇ GPS ਚਾਹੀਦਾ, ਜ਼ਰੂਰੀ ਹੈਗਾ, ਬਹੁਤ ਜ਼ਰੂਰੀ ਹੈਗਾ ਭਾਈ ਗਿਆਨ। ਹਾਂਜੀ ਤੇ ਅੱਗੇ ਮੈਂ ਦੱਸਦਾ ਨਿਜਾ ਸਾਹਿਬ, ਏਦਾਂ ਹੁੰਦਾ ਨਾ, ਹਾਂਜੀ ਤੁਹਾਨੂੰ ਕੋਈ ਕਹਿ ਦੇ ਕਿ ਇਸ ਰੋਡ ਤੇ ਧਿਆਨ ਨਾਲ ਚੱਲਣਾ, ਇੱਥੇ ਚੋਰ ਚਪਕੇ ਬਹੁਤ ਹੈਗੇ ਆ, ਹਾਂ ਬਿਲਕੁਲ, ਤੇ ਇੰਨੀ ਗੱਲ ਕਹਿਣ ਦੇ ਨਾਲ ਅਸੀਂ ਚਲਾਕ ਹੋ ਜਾਂਦੇ ਆ। ਮਾੜਾ ਮੋਟਾ ਬੰਦਾ ਹੱਥ ਦਿੰਦਾ ਹੀ ਰੋਕਦੇ ਨਹੀਂ ਆ, ਉੱਥੇ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਏਰੀਆ ਥੋੜਾ ਜਿਹਾ ਵਧੀਆ ਨਹੀਂ ਹੈਗਾ। ਕੇਵਲ ਉਸ ਦੇ ਸ਼ਬਦਾਂ ਨੇ ਸਾਡੇ ਅੰਦਰ ਇੰਨੀ ਚੇਤਨਾ ਪੈਦਾ ਕਰ ਦਿੱਤੀ। ਓਦਾਂ ਹੀ ਬੈਠੇ ਨੇ ਬੜੇ ਢਿੱਲੇ ਜਿਹੇ ਰਮਾਨ ਨਾਲ, ਸ਼ੀਸ਼ੇ ਵੀ ਚੱਕ ਲਈਦੇ ਆ ਤੇ ਸਾਡੇ ਲੱਕ ਦੀ ਹੱਡੀ ਇੱਕਦਮ ਨਿੱਜਰ ਸਾਹਿਬ ਸਿੱਧੀ ਹੋ ਜਾਂਦੀ ਹੈ ਕਿ ਚੋਰਾਂ ਦੇ ਏਰੀਏ 'ਚ ਆ ਗਏ ਆ। ਬਿਲਕੁਲ ਕੁਛ ਵੀ ਹੋ ਸਕਦਾ ਹੈ। ਤੇ ਜਦੋਂ ਅਸੀਂ ਅਲਰਟ ਆ, ਬੰਦਾ ਫਸਦਾ ਪਤਾ ਕਿਦੋਂ, ਜਦੋਂ ਬੰਦਾ ਨੂੰ ਪਤਾ ਨਹੀਂ ਹੁੰਦਾ। ਤੁਸੀਂ ਵੇਖਿਆ ਚੋਰ ਕਿਉਂ ਨਹੀਂ ਫੜਿਆ ਜਾਂਦਾ? ਕਿਉਂਕਿ ਇਹਦੀ ਲੱਕ ਦੀ ਹੱਡੀ ਨੇ ਸਿੱਧੀ ਕੀਤੀ ਹੁੰਦੀ ਆ। ਉਹ ਹਰ ਇੱਕ ਖਤਰੇ ਨੂੰ ਭਾਫਦਾ, ਇੱਕ ਇੱਕ ਪੈਰ ਬੜੇ ਦਿਮਾਗ ਨਾਲ ਪੁੱਟਦਾ। ਇਸ ਕਰਕੇ ਚੋਰ ਬਹੁਤ ਘੱਟ ਫੜੇ ਜਾਂਦੇ ਨੇ। ਸਾਡੇ ਲਾਗੇ ਹੀ ਉੱਥੇ ਐਡੀਆਂ ਵੱਡੀਆਂ ਨਿੱਜਾ ਸਾਹਿਬ ਪੇਟੀਆਂ ਚੁੱਕ ਕੇ ਲੈ ਗਏ, ਪਤਾ ਨਹੀਂ ਕਿੱਦਾਂ ਲੈ ਗਏ। ਜੇ ਮੈਨੂੰ ਕਹੋ ਤੇ ਅਸੀਂ 5 ਬੰਦੇ ਨਹੀਂ ਉਹ ਪੇਟੀ ਚੁੱਕ ਸਕਦੇ ਉਹ ਸੋਤਿਆਂ ਨੂੰ। ਔਰ ਵੱਡੀ ਗੱਲ ਹੈ ਨਿੱਜਾ ਸਾਹਿਬ, 2 ਮੰਜੇ ਤੇ ਬੂਹੇ ਦੇ ਵਿੱਚ ਡੱਥੇ ਹੀ। ਦੇਖੋ ਮੈਂ ਹੈਰਾਨ ਹੋ ਗਿਆ, ਉਹ ਕਿੱਦਾਂ ਲੈ ਗਏ? 2 ਮੰਜੇ ਬੂਹੇ ਦੇ ਵਿੱਚ ਡੱਠੇ ਆ ਤੇ ਉਹ ਲੈ ਜਾਂਦੇ ਨੇ ਚੁੱਕ ਕੇ ਚੋਰ। ਉਹ ਕਹਿੰਦੇ ਤੂੜੀ ਦੀ ਪੰਡ ਓਦਾਂ ਬੜੀ ਭਾਰੀ ਹੁੰਦੀ ਆ, ਤੇ ਜੇ ਚੋਰ ਨੇ ਚੁੱਕਣੀ ਹੋਵੇ ਤੇ ਕਹਿੰਦਾ ਭਾਵੇਂ ਕੁਇੰਟਲ ਵਿੱਚ ਕਾਹ ਤੋਂ ਬੜੀ ਹੌਲੀ ਲੱਗਦੀ ਹੈ। ਬਿਲਕੁਲ, ਤੇ ਉਹ ਚੁੱਕ ਕੇ ਕਹਾਂਗੇ। ਸੋ ਕਹਿਣ ਤੋਂ ਭਾਵ ਆ ਸਾਨੂੰ ਥੋੜਾ ਪਤਾ ਹੋਣਾ ਚਾਹੀਦਾ। ਹਾਂਜੀ ਨਿੱਜਰ ਸਾਹਿਬ ਅੱਗੇ ਅਗਲਾ ਸ਼ਲੋਕ ਆ ਗਿਆ। ਫਰੀਦਾ ਗਲੀ ਸੋ ਸੱਜਣ ਵੀ, ਇੱਕ ਢੁੰਡੇਂਦੀ ਨਾ ਲਹਾਂ। ਆ ਦੇਖੋ ਹੁਣ ਫਰੀਦ ਜੀ ਲੱਭ ਰਹੇ ਆ ਬ੍ਰਹਮ ਗਿਆਨੀ, ਕਹਿੰਦੇ ਇਸ ਤਰ੍ਹਾਂ ਲੱਭ, ਡਿਮਾਂਡ ਕਰ ਮਾਲਕ ਪਰਮਾਤਮਾ ਤੋਂ, ਮੈਨੂੰ ਦੇ ਸੱਜਣ ਜਿਹੜਾ ਹੈਗਾ, ਮੈਨੂੰ ਦੇ ਜਿਹੜਾ ਹੈ ਜਿਹਦੇ ਕੋਲ ਬਈ ਕਿਸ ਤਰ੍ਹਾਂ ਚਲਾਉਣਾ ਹੈ ਬੇੜਾ, ਜਿਹਦੇ ਕੋਲੋਂ ਮੈਂ ਗਿਆਨ ਲੈ ਸਕਾਂ। ਫਰੀਦਾ ਗਲੀ ਗੱਲਾਂ ਵਾਲੇ ਤਾਂ ਕਹਿੰਦੇ 20 ਹੈਗੇ ਆ, ਪਰ ਜਿਹੜਾ ਹੈਗਾ ਗਿਆਨ ਵਾਲਾ ਹੈ ਨਹੀਂਗਾ, ਜਿਹਦੇ ਕੋਲ ਜਿਹੜਾ ਜਿਹਦਾ ਆਪਣਾ ਗਿਆਨ ਹੋਏ, ਜਿਹੜਾ ਮੈਨੂੰ ਜਿਹੜਾ ਹੈਗਾ ਸਹੀ ਡਾਇਰੈਕਸ਼ਨ ਦੇ ਸਕੇ। ਫਰੀਦਾ ਗਲੀ ਸੋ ਸੱਜਣ ਵੀ, ਇੱਕ ਢੁੰਡੇਂਦੀ ਨਾ ਲਹਾਂ। ਇੱਕ ਨਹੀਂ ਲੱਭਦਾ, ਕਹਿੰਦੇ ਤੁੱਖਾਂ ਜਿਉ ਮਾਲੀ, ਕਾਰਨ ਤਿਨਾ ਮਾਂ ਪਿਰੀ। ਕਹਿੰਦੇ ਉਸ ਮੇਰੇ ਮਾਂ ਮਤਲਬ ਮੇਰਾ ਪਿਆਰਾ, ਕਹਿੰਦੇ ਉਸ ਗੁਰੂ, ਉਸ ਬ੍ਰਹਮ ਗਿਆਨੀ, ਉਸ ਜਿਹੜੇ ਹੈਗੇ ਆ ਉਹਦੇ ਕੋਲੋਂ ਮੈਂ ਜਿਹੜਾ ਹੈਗਾ ਉਹਦੇ ਕੋਲੋਂ ਗਿਆਨ ਲੈਣ ਦੇ ਵਾਸਤੇ, ਉਹਦੀ ਸੰਗਤ ਦੇ ਵਾਸਤੇ ਮੈਂ ਤਾਂ ਇਸ ਤਰ੍ਹਾਂ ਧੁਖ ਰਿਹਾ ਹਾਂ। ਮੇਰੇ ਅੰਦਰ ਇੰਨੀ ਜਿਹੜੀ ਖਿੱਚ ਪੈਦਾ ਹੋ ਰਹੀ ਆ ਬਈ ਜਿਵੇਂ ਜਿਹੜਾ ਹੈਗਾ ਮਾਲੀ ਕੀ ਹੁੰਦਾ, ਮਾਲ ਡੰਗਰ ਦਾ ਜਿਹੜਾ ਹੈ ਗੋਹਾ, ਆ ਪਾਥੀਆਂ ਜਿਹੜੀਆਂ ਹੁੰਦੀਆਂ, ਕਹਿੰਦੇ ਜਿਵੇਂ ਪਾਥੀ ਜਿਹੜੀ ਆ ਧੁਖਦੀ ਆ, ਐਵੇਂ ਕਹਿੰਦੇ ਆ ਮੈਂ ਜਿਹੜਾ ਹੈਗਾ ਧੁਖਦਾ ਆ ਭਾਈ। ਕਾਰਨ ਤਿਨਾ ਮਾਂ ਪਿਰੀ, ਕਿਉਂਕਿ ਮੇਰਾ ਜੀਵਨ ਜਾ ਰਿਹਾ ਆ, ਮੇਰਾ ਬੇੜਾ ਡੁੱਬ ਰਿਹਾ ਆ। ਮੈਂ ਤਾਂ ਜਿਹੜਾ ਹੈਗਾ ਇਹ ਮਨੁੱਖੀ ਜੀਵਨ ਇੰਨੀ ਕੀਮਤੀ ਅਜਾਈ ਚਲੇ ਜਾਏਗੀ। ਹਾਂਜੀ ਵੀਰ ਜੀ। ਹਾਂਜੀ ਉਹ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਬੰਦਾ ਤਾਂ ਇਦਾਂ ਦਾ ਲੱਭਣ ਨਹੀਂ ਦੇ ਜਿਹੜਾ ਸੱਚ ਨੂੰ ਜਾਣਦਾ ਹੋਵੇ, ਜਿਹੜਾ ਮਾਰਗ ਦਰਸ਼ਨ ਕਰੇ। ਗੱਲਾਂ ਵਾਲੇ ਬਥੇਰੇ ਆ। ਗੱਲਾਂ ਵਾਲੇ ਤੇ ਉਹ ਹੈਗੇ ਬਥੇਰੇ ਜਿਨ੍ਹਾਂ ਨੇ ਬੱਚੇ ਨੂੰ ਜਨਮ ਨਹੀਂ ਦਿੱਤਾ, ਕਿਤਾਬਾਂ ਪੜ੍ਹੀਆਂ ਨੇ, ਪੜ੍ਹ ਕੇ ਸੁਣਾਈ ਜਾਂਦੇ, ਉਲਟੀ ਕਰਦੇ, ਉਲਟੀ ਕਰੀ ਜਾਂਦੇ, ਭਰਮ ਪਾ ਸਕਦੇ ਕਿਉਂਕਿ ਉਹਨਾਂ ਕੋਲ ਲਫ਼ਜ਼ ਹੈਗੇ ਨੇ। ਲਫ਼ਜ਼ਾਂ ਦਾ ਜਾਲ ਬੜਾ ਖਤਰਨਾਕ। ਤੁਹਾਡਾ ਕੋਈ ਸੱਜਣ ਬੜਾ ਪਿਆਰੀ ਆ, ਬਹੁਤ ਲਾਗੇ ਰਹਿੰਦਾ, ਬੜਾ ਨੇਕ ਦਿਲ ਹੈ, ਮੈਂ ਵੇਖਿਆ ਤੁਹਾਡਾ ਉਹਦੇ ਨਾਲ ਬਹੁਤ ਪਿਆਰ ਹੈ। ਇੱਕ ਦਿਨ ਮੈਂ ਆਇਆ, ਮੈਂ ਤੁਹਾਡੇ ਕੰਨਾਂ 'ਚ 2 ਲਫ਼ਜ਼ ਬੋਲੇ ਕਿ ਉਹ ਬੰਦਾ ਬਹੁਤ ਮਾੜਾ ਸੀ, ਤੁਹਾਡੀਆਂ ਚੁਗਲੀਆਂ ਕਰਨ ਦਿਆ ਸੀ, ਉਹ ਤੁਹਾਨੂੰ ਇੰਝ ਕਰਨਾ ਚਾਹੁੰਦਾ। ਆਪ ਨੇ ਉਸ ਗੱਲ ਨੂੰ ਬਹੁਤ ਘੱਟ ਚਾਂਸ ਆ ਪਰਖਣਾ ਤੇ ਆਪਣੇ ਉੱਤੇ ਸ਼ੱਕ ਕਰਨਾ ਸ਼ੁਰੂ ਕਰ ਦੇਣਾ। ਹੌਲੀ ਹੌਲੀ ਤੁਹਾਡੇ ਮਨ ਨੇ ਉਸ ਚੀਜ਼ ਨੂੰ ਪ੍ਰੂਫ ਕਰ ਦੇਣਾ ਕਿ ਸੱਚੀ ਉਹ ਬੰਦਾ ਮਾੜਾ। ਦੇਖੋ ਲਫ਼ਜ਼ਾਂ 'ਚ ਇੰਨੀ ਪਾਵਰ ਹੁੰਦੀ ਆ। ਸਿਆਣੇ ਕਹਿੰਦੇ ਆ ਜਿਹੜੀ ਚੁੱਕਣਾ ਹੁੰਦੀ ਆ ਨਾ, ਪੱਥਰ ਨੂੰ ਪਾੜ ਦਿੰਦੀ ਆ ਨਿੱਜਾ ਸਾਹਿਬ। ਬੰਦਾ ਕੀ ਚੀਜ਼ ਹੈ। ਤੇ ਇਸ ਕਰਕੇ ਬਹੁਤੇ ਜਿਹੜੇ ਸਾਫ਼ ਸੁਥਰੇ ਲਫ਼ਜ਼ ਹੁੰਦੇ ਨਾ, ਉੱਥੋਂ ਵੀ ਤੁਸੀਂ ਥੋੜਾ ਜਿਹਾ ਧਿਆਨ ਨਾਲ ਰਿਹਾ ਕਰੋ, ਕਿਉਂਕਿ ਉਹ ਬੜੇ ਖਤਰਨਾਕ ਹੁੰਦੇ, ਮਖਮਲ ਦੇ ਵਿੱਚ ਲਪੇਟੇ ਹੁੰਦੇ ਆ। ਤੇ ਸੱਚ ਨੂੰ ਤੇ ਲੋੜ ਹੀ ਨਹੀਂ ਬਹੁਤਾ ਡੈਕੋਰੇਟ ਕਰਨ ਦੀ।
ਪਰ ਲੋਕੀ ਸੱਚ ਲੈਣਾ ਨਹੀਂ ਚਾਹੁੰਦੇ, ਪੰਗਾ ਤੇ ਆ, ਇਸ ਕਰਕੇ ਥੋੜੀ ਬਹੁਤੀ ਪਾਲਿਸ਼ ਕਰਨੀ ਪੈਂਦੀ ਹੈ। ਤੋ ਇਹੋ ਕਹਿਣ ਆਂਦੇ ਨੇ ਕਿ ਕਹਿੰਦੇ ਕਿ ਮੈਂ ਗਲੀ 'ਚ ਲੱਭਦਾ ਫਿਰਦਾ, ਉਹ ਮਿਲਦਾ ਨਹੀਂ ਪਿਆ ਰਸਤਾ, ਤੇ ਰਸਤਾ ਦੱਸਣ ਵਾਲੇ ਬੰਦੇ ਵੀ ਚਾਹੀਦੇ ਆ, ਕਿਉਂਕਿ ਸੱਚ ਨੂੰ ਦੱਸਣ ਦੇ ਲਈ ਪਹਿਲਾਂ ਉਸ ਬੰਦੇ ਨੂੰ ਜੀਵਨ 'ਚ ਸੱਚ ਲਿਆਉਣਾ ਪਊਗਾ। ਹੋਰ ਸੱਚ ਕੋ ਜਾਣ ਦਾ ਕੋਈ ਰਸਤਾ ਹੀ ਨਹੀਂ ਹੈ। ਜਾਂ ਤੇ ਡਾਇਰੈਕਟ ਚੱਲ ਜਾਓ ਨਿੱਜਰ ਸਾਹਿਬ। ਇਸੇ ਕਰਕੇ ਜਿਹੜਾ ਹੈਗਾ ਗੋਰਖੀ ਸਾਹਿਬ, ਦੇਖੋ ਮਹਾਰਾਜ ਨੇ ਪੰਜਵੀਂ ਪਾਤਸ਼ਾਹੀ ਨੇ ਆ ਸਾਰੇ ਬ੍ਰਹਮ ਗਿਆਨੀ ਜਿਹੜੇ ਹੈਗੇ, ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦੇ ਗਿਆਨ ਨੂੰ ਆਪਾਂ ਨੂੰ ਦਿੱਤਾ ਹੈ। ਆਪਾਂ ਫਿਰ ਵੀ ਜਿਹੜਾ ਹੈਗਾ ਇਹਦੇ ਚੋਂ ਡਾਇਰੈਕਸ਼ਨ ਨਹੀਂ ਲੈ ਪਾ ਰਹੇ। ਇੰਨਾ ਸ਼ੁੱਧ ਗਿਆਨ ਨਿੱਜਰ ਸਾਹਿਬ ਗਿਆਨ ਦੇਖੋ, ਗਿਆਨ ਨਿੱਜਰ ਸਾਹਿਬ ਗਿਆਨ ਜਿਹੜਾ ਹੁੰਦਾ ਨਾ, ਗਿਆਨ ਤੇ ਸਾਰਾ ਹੀ ਅਵੇਲੇਬਲ ਹੈ ਗ੍ਰੰਥਾਂ ਦੇ ਵਿੱਚ, ਪਰ ਉਹ ਬੰਦਾ ਆਪਣੀ ਮਰਜ਼ੀ ਨਾਲ ਹੀ ਉਹ ਚੋਂ ਅਰਥ ਕੱਢੇਗਾ। ਹਾਂ, ਬਹੁਤ ਵਧੀਆ, ਬਹੁਤ ਵਧੀਆ, ਬਿਲਕੁਲ ਸਹੀ ਗੱਲ ਹੈ। ਕਿਉਂਕਿ ਉਹ ਜਿੱਦਾਂ ਦਾ ਉਹਦਾ ਪ੍ਰਿਜ਼ਮ ਨਹੀਂ ਹੈਗਾ, ਪ੍ਰਿਜ਼ਮ ਉਹਦਾ ਕੱਚ, ਦੇਖੋ ਉਹਦੇ ਚੋਂ ਨਿਕਲਣਾ ਉਹੀ ਆ। ਜੇ ਤੁਹਾਡੀ ਮਸ਼ੀਨ ਦੇ ਪੱਲੇ ਕੁਛ ਨਹੀਂ ਆ ਨਾ, ਭਾਵੇਂ ਬਦਾਮ ਰੋਗ ਪਾ ਦਾਂ, ਭਾਵੇਂ ਕਾਜੂ ਪਾ ਦਾਂ, ਭਾਵੇਂ ਅਖਰੋਟ ਪਾ ਦਾਂ, ਕੱਢਣਾ ਉਹਨੇ ਕੀ ਹੈ ਜਿੰਨੀ ਕਿ ਤੁਹਾਡੀ ਮਸ਼ੀਨ ਦੀ ਪੋਜੀਸ਼ਨ ਹੈ। ਬਿਲਕੁਲ ਸਹੀ ਹੈ ਨਿੱਜਰ ਸਾਹਿਬ। ਬਿਲਕੁਲ। ਆਪਣਾ ਚਸ਼ਮਾ ਜਿਹੜਾ ਹੈ ਆਪਾਂ ਆਪਣਾ ਫਿਲਟਰ ਲਾ ਕੇ ਰੱਖਦੇ ਹਾਂ, ਫਿਲਟਰ ਦੇ ਹਿਸਾਬ ਦੇ ਨਾਲ ਆਪਾਂ ਬ੍ਰਹਮ ਗਿਆਨ ਨੂੰ ਜਿਹੜਾ ਹੈਗਾ ਬਿਲਕੁਲ ਹੀ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਡਾਇਲੂਟ ਕਰ ਦਿੰਦੇ ਹਾਂ। ਹੁਣ ਤੁਹਾਡੇ ਕੋਲ ਇੱਕ ਸੜਿਆ ਜਿਹਾ ਕੋਈ ਮਸ਼ੀਨ ਹੋਵੇ ਜਾਂ ਕਾਰ ਲਾ ਲਓ, ਉਹਦੇ ਚ ਪੈਟਰੋਲ ਪਾ ਦਿਓ, ਤੇ ਇਹਦਾ ਮਤਲਬ ਥੋੜੀ ਉਹ ਦੂਜੀ ਮਹਿੰਗੀ ਕਾਰ ਜਿੰਨੀ ਭੱਜੂਗੀ ਨਿੱਜਰ ਸਾਹਿਬ ਨਾ, ਭੱਜਣੀ ਓਨੀ ਕਿਹਾ ਜਿੰਨੀ ਕੁ ਉਹਦੀ ਪੋਜੀਸ਼ਨ ਹੈ। ਬਿਲਕੁਲ। ਪੈਟਰੋਲ ਭਾਵੇਂ ਸੇਮ ਪਾ ਦੋ, ਉਹ ਦੂਜੀ ਚ ਪਾ ਦੋ, ਵੇਖਿਓ ਉਹਦੀ ਆਊਟਪੁੱਟ ਤੇ ਇਹਦੀ ਆਊਟਪੁੱਟ ਤੁਹਾਨੂੰ ਫਰਕ ਪਤਾ ਲੱਗ ਜੂਗਾ। ਫਰਕ ਕਿੱਥੇ ਆ? ਫਰਕ ਹੈਗਾ ਹੈ, ਬਹੁਤ ਫਰਕ ਆ। ਇਸ ਕਰਕੇ ਜਿਹੜਾ ਬੰਦਾ ਵੀ ਹੈਗਾ ਹੈ ਉਹ ਪੈਟਰੋਲ ਦਾ ਓਨਾ ਹੀ ਇਸਤੇਮਾਲ ਕਰ ਸਕਦਾ, ਬਾਕੀ ਤੇ ਉਹਨੇ ਧੂੰਆਂ ਹੀ ਕੱਢਣਾ। ਬਿਲਕੁਲ ਬਿਲਕੁਲ, ਜਿੰਨੀ ਕੁ ਉਹਦੀ ਮਸ਼ੀਨ ਹੈ। ਇਸੇ ਕਰਕੇ ਉਹ ਕਹਿੰਦੇ ਨੇ ਕਿ ਬ੍ਰਹਮ ਗਿਆਨੀਆਂ ਤੋਂ ਸਲਾਹ ਲਓ, ਉਹ ਤੁਹਾਨੂੰ ਸਹੀ ਮਾਰਗਦਰਸ਼ਨ ਕਰਨਗੇ। ਕਿਉਂ ਕਰਨਗੇ? ਕਿਉਂਕਿ ਉਹਨਾਂ ਦੇ ਇੰਜਨ ਬਹੁਤ ਵਧੀਆ ਹੈ, ਤੇ ਉਹ ਤੁਹਾਡੇ ਕੋਲ ਜੋ ਵੀ ਦੇਣਗੇ, ਜੋ ਚੀਜ਼ ਸਮਝਾਉਣਗੇ, ਉਹ ਤੁਹਾਡੇ ਪੱਲੇ ਪੈ ਜਾਏਗੀ। ਠੀਕ ਹੈ ਨਿਜਰ ਸਾਹਿਬ। ਹਾਂਜੀ। ਅੱਗੇ ਜਿਹੜਾ ਹੈਗਾ ਫਰੀਦਾ ਅਗਲੇ ਬੰਨੇ ਕਹਿੰਦੇ ਨੇ ਕਿ ਜਿੱਦਾਂ ਉਹ ਲੱਕੜ ਧੁਖਦੀ ਹੁੰਦੀ ਆ, ਪਾਥੀ ਧੁਖਦੀ ਹੁੰਦੀ ਆ, ਉਹ ਕਹਿੰਦੇ ਕਿ ਇੱਕ ਸਮਾਂ ਇੱਕ ਤੇ ਹੁੰਦਾ ਕਿਤੇ ਤੁਸੀਂ ਸਾਧ ਸੰਗਤ ਜੀ, ਮੈਂ ਤੇ ਨਾ ਬੜਾ ਕੁਝ ਜ਼ਿੰਦਗੀ 'ਚ ਵੇਖਿਆ, ਸ਼ਾਇਦ ਤੁਸੀਂ ਵੀ ਵੇਖਿਆ ਹੋਊਗਾ, ਤੁਸੀਂ ਵੀ ਮੇਰੇ ਲਾਗ ਦੀ ਲੰਘਣ ਦੇ ਜੋ। ਮੈਂ ਨਾ ਬੰਬੇ ਜਦੋਂ ਰਹਿੰਦਾ ਹੁੰਦਾ ਨਾ, ਬੜਾ ਸਟਰਗਲ ਟਾਈਮ ਵੇਖਿਆ। ਉੱਥੇ ਨਾ ਕਈ ਵਾਰੀ ਘਾਸਲੇਟ ਲੈਂਦੇ ਹੁੰਦੇ, ਇਹਨੂੰ ਮਿੱਟੀ ਦੇ ਤੇਲ ਨੂੰ ਕਹਿੰਦੇ ਹੁੰਦੇ ਆ। ਉਹ ਤੇਲ ਹੋਣਾ ਥੋੜਾ ਸਾਡੇ ਕੋਲ, ਤੇ ਕੋਸ਼ਿਸ਼ ਕਰਨੀ ਕਿ ਦਵਾ ਦਵਾ ਰੋਟੀਆਂ ਪੱਕ ਜਾਣ। ਕਿਉਂ? ਥੋੜਾ ਹੈਗਾ, ਰਾਤ ਦਾ ਟਾਈਮ ਆ, ਉੱਥੇ 3-3 ਮਹੀਨੇ ਮੀਂਹ ਪਈ ਜਾਂਦਾ, ਫਿਰ ਦੁਬਾਰਾ ਤੇਲ ਕਿੱਥੇ ਲਾਗੋਂ ਮਿਲਣਾ, ਨਹੀਂ ਬੜੀ ਦੂਰੋਂ ਮਿਲਣਾ। ਉਹ ਵੀ ਉਦੋਂ ਨਾ ਰਾਸ਼ਨ ਕਾਰਡ ਤੋਂ ਬਿਨਾਂ ਤੇਲ ਨਹੀਂ ਮਿਲਦਾ ਸੀ ਨਿੱਜਰ ਸਾਹਿਬ ਉੱਥੇ। ਆਹ ਸਿਲੰਡਰ ਦੇ ਬਾਅਦ ਅਮੀਰ ਲੋਕਾਂ ਦੇ ਚੋਂਚ ਲਿਆ, ਪਹਿਲੇ ਇੰਨੀ ਗੇਮ ਜੀ ਨਹੀਂ ਹੁੰਦੀ। ਸੋ ਕਹਿੰਦੇ ਨੇ ਕਿ ਉਹ ਜਿਹੜੀ ਅੱਗ ਲੱਗੀ ਹੋਈ ਆ ਪਾਥੀ ਨੂੰ, ਤੇ ਉਧਰ ਮੈਂ ਲੱਭ ਵੀ ਰਿਹਾ ਗਲੀ ਦੇ ਵਿੱਚ, ਤੇ ਅਸਲੀ ਬੰਦਾ ਮਿਲਦਾ ਨਹੀਂ ਪਿਆ ਜਿੱਥੇ ਉਹ ਰਾਹ ਦੱਸੇ। ਕਿਉਂਕਿ ਰੋਟੀ ਜੋ ਦੋ ਪਕਾਉਣੀਆਂ ਉਹ ਦੱਸਦੇ ਕਿ ਪਕਾਵਾਂ ਤੇ ਕੰਮ ਨਿਬੜ ਜਾਵੇ, ਉਧਰ ਤੇਲ ਵੀ ਮੇਰੇ ਕਿੱਦਾਂ ਘਟਦਾ ਪਿਆ ਵਾ। ਬਿਲਕੁਲ। ਤੇ ਉਧਰ ਰੋਟੀ ਦਾ ਆਟਾ ਕਿੱਦਾਂ ਗੁੰਨਣਾ ਵਾ, ਕਿੱਦਾਂ ਉਹ ਵਿਧੀ ਦਾ ਨਹੀਂ ਪਤਾ। ਉਹ ਇਸ ਕਰਕੇ ਕਹਿੰਦੇ ਨੇ। ਠੀਕ ਹੈ ਜੀ, ਅੱਗੇ ਚਲੀ ਨਿਜਰ ਸਾਹਿਬ। ਫਰੀਦਾ ਇਹ ਤਨ ਭੌਂਕਣਾ ਨਿਤ ਦੁਖੀਏ ਕੌਣ। ਕਹਿੰਦੇ ਦੇਖ ਫਰੀਦ ਜੀ ਕਹਿੰਦੇ ਇਹ ਤੁਹਾਡਾ ਤਨ ਜਿਹੜਾ ਹੈਗਾ, ਤਨ ਥੋੜੀ ਨਾ ਭੌਂਕਦਾ ਹੁਣ, ਸਰੀਰ ਥੋੜੀ ਨਾ ਬੋਲਦਾ ਹੈ ਕੁਛ, ਸਰੀਰ ਥੋੜੀ ਨਾ ਕੁਛ ਕਹਿੰਦਾ ਹੈ। ਮਨ ਜਿਹੜਾ ਹੈਗਾ, ਪਤੰਦਰ ਜਿਹੜਾ ਹੈਗਾ, ਉਹ ਤਨ ਦੇ ਸੁੱਖ ਚਾਹੁੰਦਾ ਹੈ, ਇੰਦਰੀਆਂ ਦੇ ਸੁੱਖ ਚਾਹੁੰਦਾ ਹੈ। ਮਨ ਹਮੇਸ਼ਾ ਜਿਹੜਾ ਹੈਗਾ ਕੋਈ ਨਾ ਕੋਈ ਸੁੱਖ, ਕੋਈ ਨਾ ਕੋਈ ਡਿਮਾਂਡ ਖੜੀ ਰਹੂਗੀ ਵੀ ਆਹ ਵੀ ਭੋਗ ਲਈ, ਆਹ ਵੀ ਖਾ ਲਈਏ, ਆਹ ਵੀ ਪੀ ਲਈਏ, ਇਹਨੂੰ ਵੀ ਦੇਖ ਲਈਏ, ਆਹ ਵੀ ਸੁਣ ਲਈਏ। ਫਰੀਦਾ ਇਹ ਤਨ ਭੌਂਕਣਾ ਨਿਤ ਦੁਖੀਏ ਕੌਣ। ਕਹਿੰਦਾ ਇਹ ਤਾਂ ਰੋਜ਼, ਇਹ ਤਾਂ ਬੰਦ ਹੀ ਨਹੀਂ ਹੁੰਦਾ, ਇਹ ਤਾਂ ਹਟਦਾ ਹੀ ਨਹੀਂ ਪਤੰਦਰ। ਜਿੰਨਾ ਮੈਂ ਇਹਨੂੰ ਖਿਲਾਉਣਾ ਹੈ ਓਨਾ ਇਹ ਤਗੜਾ ਹੋ ਕੇ ਫਿਰ ਉਸ ਤੋਂ ਜ਼ਿਆਦਾ ਇਹਦੀਆਂ ਡਿਮਾਂਡਾਂ ਵੱਧ ਜਾਂਦੀਆਂ। ਕਹਿੰਦੇ ਨਿਤ ਜਿਹੜਾ ਹੈਗਾ ਇਹਦੇ ਤੋਂ ਮੈਂ ਕਿਵੇਂ ਛੁਟਕਾਰਾ ਪਾਵਾਂ। ਕਹਿੰਦੇ ਕੰਨੀ ਬੁੱਝੇ ਦੇ ਰਹਾ ਕਿੱਤੀ ਵਗੇ ਪਾਉਣ। ਕਹਿੰਦੇ ਜਿੰਨਾ ਮਰਜ਼ੀ ਭੌਂਕ ਲਾ ਪਿਆਰਿਆ, ਮੈਂ ਤਾਂ ਕੰਨਾਂ ਦੇ ਵਿੱਚ ਜਿਹੜੇ ਹੈਗੇ ਉਹ ਈਅਰ ਪਲੱਗ ਲਾ ਲਿਆ, ਮੈਂ ਨਹੀਂ ਸੁਣਦਾ, ਮੈਨੂੰ ਕੋਈ ਸੁਣਦਾ ਨਹੀਂ ਹੈ ਹੁਣ, ਮੈਂ ਨਹੀਂ ਸੁਣਦਾ ਤੇਰੀ ਗੱਲ, ਹੇ ਮੇਰੇ ਮਨਾ, ਮੈਂ ਕੰਨਾਂ 'ਚ ਈਅਰ ਪਲੱਗ ਲਾ ਲਿਆ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਕਹਿ ਰਹੇ ਨੇ ਕਿ ਜਿੱਦਾਂ ਅੱਗ ਦੇ ਵਿੱਚ ਲੱਕੜ ਪਾਇਆ, ਅੱਗ ਦੀ ਤ੍ਰਿਪਤੀ ਨਹੀਂ ਹੁੰਦੀ, ਉਹ ਹੋਰ ਉਹਦੀ ਡਿਮਾਂਡ ਵੱਧਦੀ ਜਾਂਦੀ ਹੈ।
ਉਹ ਹਿਸਾਬ ਮਾਣਿਆ। ਮਨ ਨੂੰ ਜਿੰਨੇ ਮਰਜ਼ੀ ਤੁਸੀਂ ਭੋਗ ਕਰਾ ਲਓ, ਇਹਨੇ ਤ੍ਰਿਪਤ ਨਹੀਂ ਜਿਉਣਾ। ਉਹ ਬੜਾ ਭਿਅੰਕਰ ਆ। ਔਰ ਫਿਰ ਇੱਕ ਸਮਾਂ ਆਊਗਾ, ਹਜੇ ਤਾਂ ਤੁਹਾਡੇ ਹੱਥ 'ਚ ਕੰਟਰੋਲ 'ਚ ਗੱਡੀ ਆ, ਪਰ ਜਦੋਂ ਗੱਡੀ ਤੇਜ਼ ਭੱਜ ਜਾਂਦੀ ਹੈ ਨਾ, ਫਿਰ ਤੁਹਾਡਾ ਕੰਟਰੋਲ ਨਹੀਂ ਰਹਿ ਜਾਂਦਾ। ਉਹ ਕਹਿੰਦੇ ਆ ਕਿ ਇਹ ਮਨ ਜਿਹੜਾ ਹੈ ਬੜਾ ਪਾਵਰਫੁਲ ਹੋ ਜਾਂਦਾ ਹੈ। ਇਹ ਬੀਸਟ ਹੈਗਾ, ਜਾਨਵਰ। ਔਰ ਇਹ ਜਦੋਂ ਇਹਨੂੰ ਆਪਾਂ ਵਹਿੰਦੇ ਨਹੀਂ ਆ, ਉਹਨਾਂ ਨੂੰ ਬੇਲਗਾਮ ਕਰ ਲੈਂਦੇ ਆ। ਫਿਰ ਵੇਖੋ ਵਿਚਾਰਿਆਂ ਨੂੰ ਧੂਈ ਫਿਰਦਾ ਬੰਦਿਆਂ ਨੂੰ, ਨਸ਼ਾ ਕਰਨ ਵਾਲੇ, ਆ ਜਿਹੜਾ ਦੁਰਾਚਾਰੀ ਕਰਦੇ ਆ, ਆੜੇ ਠੱਗ, ਰਿਸ਼ਵਤਖੋਰ, ਵੇਖਿਆ ਨਹੀਂ ਉਹ ਉਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਲੱਗਦਾ ਇਹਨੂੰ ਕਿੱਦਾਂ ਕੰਟਰੋਲ ਕਰੀਏ, ਕਿਉਂਕਿ ਉਹ ਸ਼ੈਤਾਨ ਨੂੰ ਖਵਾ ਕੇ ਬੜਾ ਮਜ਼ਬੂਤ ਕਰ ਲਿਆ, ਬੜਾ ਤਾਕਤਵਰ ਕਰ ਲਿਆ। ਹੁਣ ਇਹਨਾਂ ਨੂੰ ਸਮਝਦਾ ਹੀ ਕੋਈ ਨਹੀਂ। ਉਹ ਨਿੱਜਰ ਸਾਹਿਬ ਧੂਈ ਫਿਰਦਾ ਉਹ। ਪਰ ਸਾਡੇ ਵਰਗੇ ਕਹਿੰਦੇ ਆ, ਉਹ ਤੂੰ ਛੱਡ ਦੇ ਖੜਾ, ਦਫਾ ਕਰ, ਇਹ ਸ਼ਰਾਬ ਛੱਡ ਕਿਉਂ ਨਹੀਂ ਦਿੰਦਾ? ਉਹ ਕਹਿੰਦਾ ਮੈਂ ਤੇ ਛੱਡਾਂ, ਕੋਈ ਅਗਲਾ ਨਹੀਂ ਛੱਡਣ ਦੇ ਦਿੰਦੇ ਆ ਜਿਹੜਾ ਅੰਦਰ ਬੈਠਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਅੱਗੇ ਇਹੀ ਅਗਲੇ ਸ਼ਲੋਕ ਚ ਫਿਰ ਗੋਰਖੀ ਸਾਹਿਬ ਇਹੀ ਸੇਮ ਚੀਜ਼ ਡਿਸਕਸ ਹੋ ਰਹੀ ਹੈ ਅਗਲੇ ਸ਼ਲੋਕ ਚ। ਠੀਕ ਹੈ, ਅੱਗੇ ਚੱਲੀਏ। ਨਹੀਂ ਤੁਸੀਂ ਬੋਲੋ। ਉਹ ਕਹਿੰਦੇ ਆ, ਤੁਸੀਂ ਵੇਖਿਆ ਨਹੀਂ ਕਿ ਤੁਹਾਡੇ ਕੋਲ ਕੋਈ ਝੋਟਾ ਹੋਵੇ, ਤੁਸੀਂ ਰਾਸ਼ਨ ਪਾਈ ਜਾਓ। ਇੱਕ ਸਮਾਂ ਆਉਣਾ ਬੜਾ ਪਾਵਰਫੁਲ ਹੋ ਜਾਣਾ ਉਹਨੇ। ਹਾਂ ਬਿਲਕੁਲ ਸਹੀ, ਕੰਟਰੋਲ ਚ ਆਉਣਾ ਵਾ ਨਾ ਉਹਦੇ। ਫਿਰ ਕਹਿੰਦੇ ਆ, ਫਿਰ ਹਾਥੀ ਵਾਂਗੂ ਉੱਥੇ ਜੁਗਤ ਵਰਤੋ। ਉਹ ਕਹਿੰਦੇ ਕਿਹੜੀ ਜੁਗਤ? ਉਹ ਕਹਿੰਦੇ ਨਕਲੀ ਹੱਥ ਨਹੀਂ ਤਿਆਰ ਕਰਦੇ ਆ, ਉਹ ਖੱਡੇ ਚ ਉਹਨੂੰ ਹਾਥੀ ਨੂੰ ਖੜਦੇ ਆ, ਉੱਥੇ ਫਿਰ ਹਾਥੀ ਨੂੰ ਮਾਰਦੇ ਭੁੱਖਿਆਂ। ਉੱਥੇ ਉਹਨੂੰ ਕਹਿੰਦੇ ਆ ਕਿ ਪੁੱਤਰ ਆ ਜਾ, ਹੁਣ ਤਾਂ ਮੇਰੇ ਸੈਟੀ ਚ ਇਹਨੂੰ ਦੋ ਰਾਸ਼ਨ ਘੱਟ, ਇੱਕ ਵੇਲੇ ਜਿੰਦਾ ਰਵੇ ਬਸ। ਤੇ ਹੌਲੀ ਹੌਲੀ ਫਿਰ ਕਮਜ਼ੋਰ ਹੋ ਜਾਂਦਾ ਹੈ। ਤੇ ਫਿਰ ਜਦੋਂ ਬਹੁਤ ਕਮਜ਼ੋਰ ਹੁੰਦਾ ਹੈ, ਹੁਣ ਆਪੇ ਤੇ ਨਹੀਂ ਨਾ ਖਾ ਸਕਦਾ, ਹੁਣ ਕੋਈ ਗੁਲਾਮ ਹੋ ਗਿਆ, ਤੇ ਫਿਰ ਉਹਨੂੰ ਥੋੜਾ ਜਿਹਾ ਰਾਸ਼ਨ ਦਿੰਦੇ ਆ। ਉਹਨਾਂ ਕੀ ਦਿੰਦੇ ਆ, ਨਿਜਦਾ ਉਹਦੀ ਮਸ਼ੀਨ ਹੀ ਚੱਲੇ ਬਸ। ਬਿਲਕੁਲ। ਤੇ ਫਿਰ ਉਤੋਂ ਕੰਮ ਕੁਮ ਕਰਾਉਂਦੇ ਆ, ਫਿਰ ਉਹਦੀ ਖੁਰਾਕ ਵਧਾਉਂਦੇ ਆ, ਪਰ ਉਹਦਾ ਦਿਮਾਗ ਸੈੱਟ ਕਰ ਦਿੰਦੇ ਆ ਕਿ ਭੋਲਿਆ ਹੁਣ ਆ ਤੇਰਾ ਜੀਵਨ ਹੀ ਏਦਾਂ ਹੀ ਚੱਲਣਾ ਹੀ ਬਸ, ਹੁਣ ਤੈਨੂੰ ਏਦਾਂ ਚੱਲਣਾ ਪੈਣਾ। ਤੇ ਉਹ ਹਿਸਾਬ ਆ। ਫਿਰ ਅਗਲੇ ਬੰਨੇ ਚੱਲੀਏ ਨਿੱਜਰ ਸਾਹਿਬ। ਹਾਂਜੀ, ਫਰੀਦਾ ਰੱਬ ਖਜੂਰੀ ਪੱਕੀਆਂ। ਕਹਿੰਦੇ ਹੁਣ ਮਨ ਕੀ ਕਰੇ, ਜਿਹੜਾ ਤਨ ਜਿਹੜਾ ਭੌਂਕਦਾ ਆ, ਇਹ ਸਰੀਰ ਦੇ ਭੋਗ ਜਿਹੜੇ ਚਾਹੁੰਦਾ ਆ। ਕਹਿੰਦੇ ਕੀ ਕਰੀਏ ਭਾਈ, ਰੱਬ ਨੇ ਐਸੀਆਂ ਪੱਕੀਆਂ ਖਜੂਰਾਂ ਜਿਹੜੀਆਂ ਹੈਗੀਆਂ ਸੁੱਟੀਆਂ ਹੋਈਆਂ। ਮਾਖੀ ਨਦੀ ਵਹਨ, ਮਾਖੀ ਕਹਿੰਦੇ ਆ ਇਹ ਜਿਹੜਾ ਸ਼ਹਿਦ, ਕਹਿੰਦੇ ਸ਼ਹਿਦ ਦੀਆਂ ਨਦੀਆਂ ਵਗ ਰਹੀਆਂ, ਇੰਨੇ ਸਵਾਦ ਆ ਦੁਨੀਆ 'ਚ ਮਾਲਕਾ, ਤੂੰ ਜਿਹੜਾ ਹੈਗਾ ਨਦੀਆਂ ਤਾਂ ਵਹਾਤੀਆਂ ਸ਼ਹਿਦ ਦੀਆਂ, ਤੇ ਖਜੂਰਾਂ ਇੰਨੀਆਂ ਪੱਕੀਆਂ ਸੁੱਟੇ ਹੋ, ਇੰਨੀਆਂ ਤਾਂ ਚੋਗਾ ਸੁੱਟਿਆ ਹੋਇਆ ਤੂੰ। ਫਰੀਦਾ ਰੱਬ ਖਜੂਰੀ, ਰੱਬ ਨੇ ਸੁੱਟੀਆਂ ਭਾਈ। ਇਹੀ ਤਾਂ ਗੇਮ ਹੈਗੀ ਆ, ਇਹੀ ਤਾਂ ਗੇਮ ਹੈਗੀ ਭਾਈ। ਖਿੱਚਵਾਂ ਮੈਚ ਤਾਂ ਖਿੱਚਵਾਂ ਹੈ ਭਾਈ। ਇੱਥੇ ਮਾੜਾ ਜਿਹਾ ਅਵੇਸਲਾ ਹੋਏ ਤੇ ਬਸ ਗਏ। ਰੱਬ ਖਜੂਰੀ ਪੱਕੀਆਂ, ਮਾਖੇ ਨਦੀ ਨਈ ਵਹਨ, ਕਹਿੰਦੇ ਸ਼ਹਿਦ ਦੀਆਂ ਨਦੀਆਂ ਵਗ ਰਹੀਆਂ, ਇੰਨੇ ਸਵਾਦ, ਇੰਨੇ ਪਦਾਰਥ ਪਾਏ ਹੋਏ ਆ, ਇੰਨਾ ਮਾਲਕ ਨੇ ਪੈਸਾ ਵੀ ਦੇਤਾ, ਇਹਨਾਂ ਨੂੰ ਭੋਗਣ ਦਾ ਵੀ ਦੇਤਾ, ਸਰੀਰ ਵੀ ਦੇਤਾ, ਤੇ ਸਰੀਰ ਜਿਹੜਾ ਹੈਗਾ ਡਿਮਾਂਡ ਤੇ ਡਿਮਾਂਡ ਕਰੀ ਜਾ ਰਿਹਾ। ਮਨ ਕਹਿੰਦਾ ਮੈਨੂੰ ਸਰੀਰ ਦੇ ਭੋਗ ਕਰਾ ਪਾਈ। ਜੋ ਵੰਜੇ ਡੀਹੜਾ ਸੋ ਉਮਰ ਹੱਥ ਪਵਨ। ਪਰ ਹੁੰਦਾ ਕੀ ਆ, ਰੱਬ ਨੇ ਜਿਹੜੀ ਉਮਰ ਦਿੱਤੀ ਆ ਉਹ ਫਿਕਸ ਦਿੱਤੀ ਆ। ਡੀਹੜਾ ਕਹਿੰਦੇ ਆ ਦਿਨ, ਕਹਿੰਦੇ ਜਿਹੜਾ ਵੀ ਦਿਨ ਇਹ ਸਵਾਦਾਂ ਦੇ ਵਿੱਚ ਜਾ ਰਿਹਾ ਆ, ਉਹ ਮੇਰੀ ਉਮਰ ਨੂੰ ਹੱਥ ਪਾ ਰਿਹਾ ਆ। ਪਿਆਰਿਆ, ਤੇਰੀ ਉਮਰ ਨੂੰ ਹੱਥ ਪਾ ਰਿਹਾ ਆ। ਤੇਰੀ ਉਮਰ ਘਟੀ ਜਾ ਰਹੀ ਆ, ਤੇਰਾ ਮੈਚ ਹੋਰ ਹਾਰਡ ਹੋਈ ਜਾ ਰਿਹਾ ਆ। ਆਹ ਮਨੁੱਖੀ ਜੂਨ ਤੇਰੇ ਹੱਥੋਂ ਖਿਸਕਦੀ ਜਾ ਰਹੀ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਆ ਕਿ ਖਜੂਰਾਂ ਪੱਕੀਆਂ। ਅੱਜ ਤਾਂ ਗੋਰਖੀ ਸਾਹਿਬ ਇਹਨਾਂ ਫਰੀਦ ਜੀ ਨੇ ਕਮਾਲ ਹੀ ਕੀਤੀ ਪਈ ਆ। ਮੁਸਲਮਾਨ ਹੈਗੇ, ਵੇਖ ਲਓ, ਉਹਨਾਂ ਨੇ ਉਦਾਹਰਨ ਹੀ ਖਜੂਰ ਦੀ ਦਿੱਤੀ ਆ। ਮੈਂ ਆਪਣੀਆਂ ਖਜੂਰਾਂ ਖਾਨਾ। ਕਹਿੰਦੇ ਫਿਰ ਉਸ ਤੋਂ ਬਾਅਦ ਸ਼ਹਿਦ ਦੀਆਂ ਨਦੀਆਂ, ਉਸ ਤੋਂ ਬਾਅਦ ਬੇਲਗਾਮ ਮਾਨਿਆ ਤੇਰਾ। ਫਿਰ ਇਹ ਚਾਹੁੰਦਾ ਉੱਥੇ ਰਸਾਂ ਨੂੰ ਭੋਗਣਾ, ਪਰ ਭੋਗਣਾ ਕਿ ਨਹੀਂ ਭੋਗਣਾ ਇਹ ਫੈਸਲਾ ਨਿਜਸਮ ਮੰਨਦਾ ਨਹੀਂ ਜੇ ਗਏ ਸਾਡਾ ਵਾ। ਬਿਲਕੁਲ ਸਹੀ ਗੱਲ ਹੈ। ਤੁਸੀਂ ਮਨ ਨੂੰ ਰੋਕ ਸਕਦੇ? ਉਹ ਕਹਿੰਦਾ ਨਹੀਂ ਆ ਕਿ ਰੋਟੀ ਖਾ ਲਓ, ਉਹ ਕਹਿੰਦਾ ਮੇਰਾ ਮਨ ਨਹੀਂ ਕਰਦਾ, ਮੇਰਾ ਮਨ ਨਹੀਂ ਕਰਦਾ, ਮਨ ਨਹੀਂ ਕਰਦਾ, ਕਹਿੰਦਾ ਨਹੀਂ ਖਾਣੀ।
ਪਰ ਮਨ ਨੂੰ ਖਵਾ ਵੀ ਸਕਦੇ ਹਾਂ। ਫਿਰ ਆਪਾਂ ਖਵਾਉਂਦੇ ਨੂੰ ਬਈ ਰੋਟੀ ਖਾਣੀ ਪੈਣੀ ਹੈ, ਬਿਮਾਰ ਹੈਗਾ ਵਾ, ਸਰੀਰ ਹੀ ਠੀਕ ਹੋਊਗਾ, ਕਹਿੰਦਾ ਮਨ ਨਹੀਂ ਕਰਦਾ, ਤੁਸੀਂ ਰੋਟੀ ਅੰਦਰ ਧਰ ਦੇ ਜੋ, ਉਹ ਕਹਿੰਦਾ ਸਵਾਦ ਨਹੀਂ ਹੈਗਾ, ਮੂੰਹ ਦਾ ਸਵਾਦ ਖਰਾਬ ਹੋ ਗਿਆ ਬੁਖਾਰ ਦੇ ਕਰਕੇ। ਪਰ ਫਿਰ ਵੀ ਆਪਾਂ ਨੂੰ ਖਵਾ ਸਕਦੇ, ਮਨ ਤੇ ਨਹੀਂ ਕਰਦਾ, ਟੇਸਟ ਖਤਮ ਹੋ ਗਿਆ, ਕਿਉਂਕਿ ਜ਼ਬਾਨ ਦਾ ਜਿਹੜਾ ਰਸ ਸੀ, ਉਹ ਜਿਹੜਾ ਲੈਂਦੀ ਸੀ ਟੇਸਟ, ਉਹ ਨਹੀਂ ਨਾ ਹੈਗਾ, ਇਸ ਕਰਕੇ ਮਨ ਨੂੰ ਚੰਗਾ ਨਹੀਂ ਲੱਗਦਾ। ਬਿਲਕੁਲ। ਪਰ ਫਿਰ ਵੀ ਆਪਾਂ ਖਵਾ ਸਕਦੇ ਨਾ ਰੋਟੀ ਆਪਣੇ ਆਪ ਨੂੰ, ਉਹ ਹਿਸਾਬ ਇਹ ਆ। ਜੇ ਆਪਾਂ ਖਵਾ ਵੀ ਸਕਦੇ ਹਾਂ ਤਾਂ ਆਪਾਂ ਆਪਣੇ ਨੂੰ ਰੋਕ ਵੀ ਸਕਦੇ। ਇਹ ਬਿਲਕੁਲ ਕੰਟਰੋਲੇਬਲ ਚੀਜ਼ਾਂ ਨੇ ਜੀ। ਦੇਖੋ ਭਾਜੀ, ਜਿਸ ਦਾ ਪੱਖਾ ਵਾ, ਪੱਖਾ ਤੁਸੀਂ ਚਲਾਇਆ ਤੇ ਤੁਹਾਡੀ ਮਰਜ਼ੀ ਆ, ਤੁਸੀਂ ਬੰਦ ਕਰਨਾ ਤੇ ਬੰਦ ਕਰ ਸਕਦੇ ਜੋ। ਕੋਈ ਜ਼ਬਰਦਸਤੀ ਵਾਲਾ ਸੌਦਾ ਤੇ ਕੁਛ ਵੀ ਨਹੀਂ। ਹੁਣ ਤੁਸੀਂ ਘਰੇ ਬੈਠੇ ਜੋ, ਬਾਹਰ ਮੇਰਾ ਸੱਜਣ ਹੈ, ਮੈਨੂੰ ਫੋਨ ਕੀਤਾ, ਚਲੋ ਆ ਕਲੱਬ ਚੱਲੀਏ, ਇੱਥੇ ਡਾਂਸ ਵੇਨੇ ਜਾ ਕੇ, ਉੱਥੇ ਡਾਂਸਰਾਂ ਲੱਗੀਆਂ ਹੋਈਆਂ ਨੇ, ਤੇ ਜਾਣਾ ਜਾਂ ਨਹੀਂ ਜਾਣਾ ਇਹ ਮੇਰੀ ਮਰਜ਼ੀ ਹੈ। ਕੋਈ ਵੀ ਮਾੜਾ ਕਰਮ ਹੈ, ਤੁਸੀਂ ਵੇਖ ਲਓ, ਖਜੂਰਾਂ ਦੁਨੀਆ ਭਰ ਦੀਆਂ ਖਜੂਰਾਂ, ਉਹ ਕਹਿੰਦੇ ਮਹਿਫਲ ਲੱਗੀ, ਆਓ ਚੱਲੀਏ ਉੱਥੇ। ਜਾਣਾ ਨਹੀਂ ਜਾਣਾ ਸਾਡਾ ਆਪਣਾ ਫੈਸਲਾ, ਬਿਲਕੁਲ, ਕਰਨਾ ਨਹੀਂ ਕਰਨਾ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਕੰਟਰੋਲੇਬਲ ਫੈਸਲਾ। ਤੁਸੀਂ ਯਾਰ ਆਪਣੀ ਮਰਜ਼ੀ ਨਾਲ ਰੋਟੀ ਬਣਾ ਸਕਦੇ ਜੋ, ਕਿਹੜੀ ਬਣਾਉਣੀ ਆ, ਮਕਈ ਵਾਲੀ ਬਣਾਉਣੀ ਆ, ਵੇਸਣ ਵਾਲੀ ਬਣਾਉਣੀ ਆ, ਸਾਦੀ ਰੋਟੀ ਬਣਾਉਣੀ ਆ, ਕਿਹੜੀ ਸਬਜ਼ੀ ਬਣਾਉਣੀ ਆ, ਉਹ ਸਬਜ਼ੀ ਤੁਹਾਡੇ ਘਰ ਉੱਡ ਕੇ ਨਹੀਂ ਆਉਣੀ। ਇਹ ਵਹਿਮ ਹੈ ਲੋਕਾਂ ਨੂੰ, ਸਾਨੂੰ ਪਤਾ ਨਹੀਂ ਲੱਗਾ। ਏਦਾਂ ਕਿੱਦਾਂ ਹੋ ਸਕਦਾ? ਬਿਲਕੁਲ ਸਹੀ ਗੱਲ ਹੈ ਜੀ। ਇੱਕ ਤੇਰੀ ਮਰਜ਼ੀ ਨਾਲ ਤੇਰੇ ਰਸੋਈ 'ਚ ਚੀਜ਼ ਨਹੀਂ ਬਣ ਸਕਦੀ। ਉਹ ਭੋਲਿਆ, ਤੇਰੀ ਮਰਜ਼ੀ ਤੋਂ ਬਿਨਾਂ ਤੇਰੀ ਜ਼ਿੰਦਗੀ 'ਚ ਕਰਮ ਕਿੱਦਾਂ ਹੋ ਸਕਦਾ? ਬਿਲਕੁਲ, ਕਰਮ ਕੀਤਾ ਵਾ। ਐਵੇਂ ਨਾ ਬੇਵਕੂਫ ਬਣਾਈ ਜਾ ਆਪਣੇ ਆਪ ਨੂੰ, ਲੋਕਾਂ ਨੂੰ ਨਹੀਂ, ਤੂੰ ਆਪਣੇ ਆਪ ਨੂੰ ਬੇਵਕੂਫ ਬਣਾ ਰਿਹਾ। ਇਸ ਕਰਕੇ ਕਹਿ ਰਹੇ ਨੇ ਬਸ। ਠੀਕ ਹੈ ਨਿੱਜਰ ਸਾਹਿਬ, ਬਹੁਤ ਵਧੀਆ, ਬਹੁਤ ਵਧੀਆ। ਇੱਕ ਹੋਰ ਲੈ ਲਈਏ ਬਸ ਆਖਰੀ। ਹਾਂਜੀ, ਕਿਉਂਕਿ ਉਮਰ ਤਾਂ ਆਪਣੀ ਜਾ ਰਹੀ ਹੈ ਨਾ, ਦਿਨ ਤਾਂ ਆਪਣੇ ਘਟ ਰਹੇ ਆ ਨਾ। ਮੈਚ ਤਾਂ ਫਿਰ ਜਿਹੜਾ ਹੈਗਾ ਹਾਰ ਜਾਵਾਂਗੇ ਆਪਾਂ, ਗੇਮ ਤਾਂ ਹਾਰ ਜਾਵਾਂਗੇ। ਨਿੱਜਰ ਸਾਹਿਬ ਟਾਈਮ ਖਤਮ ਹੋਏ ਨਾ ਮੁੜ ਕੇ, ਤੇ ਦੂਜੀ ਪਾਰਟੀ ਦੇ ਜਿੱਤਣ ਦੇ ਹੀ ਹਰ ਦਿਨ ਜਿੱਤਦੀ ਪਈ ਆ। ਬਿਲਕੁਲ ਬਿਲਕੁਲ, ਇਹੀ ਗੱਲ ਜਿਹੜੇ ਹੈਗੇ ਫਰੀਦ ਜੀ ਹੁਣ ਕਹਿ ਰਹੇ, ਆਖਰੀ ਆਪਾਂ ਲੈ ਰਹੇ ਅੱਜ ਦਾ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡੇ ਕਾਗ। ਕਹਿੰਦੇ ਸਰੀਰ ਪੂਰਾ ਸੁੱਕ ਗਿਆ, ਅੱਖਾਂ ਕੰਨ ਨੱਕ ਸਾਰੀ ਇੰਦਰੀਆਂ ਜਵਾਬ ਦੇ ਗਈਆਂ, ਤੇ ਹਾਲੇ ਵੀ ਜਿਹੜਾ ਹੈਗਾ ਇਹ ਮਨ ਦੇ ਵਿੱਚ ਕਾਮ ਕ੍ਰੋਧ ਲੋਭ ਓਂਕਾਰ, ਇਹ ਕਾਂ ਜਿਹੜੇ ਹੈਗੇ ਹਾਲੇ ਵੀ ਮੇਰੇ ਮਾਸ ਨੂੰ ਖਾਈ ਜਾ ਰਹੇ ਆ। ਹਾਲੇ ਵੀ ਮੇਰੇ ਦਿਨ ਜਿਹੜੇ ਹੈਗੇ ਇਸ 'ਚ ਗੁਜ਼ਰ ਰਹੇ ਆ, ਇਹ ਵਿਚਾਰਾਂ ਦੇ ਵਿੱਚ ਹੀ ਜਾ ਰਿਹਾ ਦਿਨ। ਅਜੇ ਸੋ ਰੱਬ ਨਾ ਬੋੜਿਓ, ਦੇਖ ਬੰਦੇ ਕੇ ਭਾਗ। ਕਹਿੰਦੇ ਹਾਲੇ ਵੀ ਰੱਬ ਕਿਵੇਂ ਬੋੜੇਗਾ ਭਾਈ? ਜੇ ਆਪਾਂ ਰੱਬ ਨੂੰ ਯਾਦ ਕਰਾਂਗੇ ਤੇ ਰੱਬ ਬੋੜੇਗਾ, ਨਹੀਂ ਤਾਂ ਰੱਬ ਕਹਿੰਦਾ ਤੂੰ ਖੁਸ਼ੀਆਂ ਪਿਆਰਿਆ, ਸਵਾਦਾਂ ਦੇ ਵਿੱਚ ਮੈਂ ਪਾਏ ਆ, ਤੂੰ ਖੁਸ਼ ਹੈ, ਤੇਰੇ ਵਾਸਤੇ ਪਾਏ ਸੀਗੇ ਪਿਆਰਿਆ, ਬਹੁਤ ਵਧੀਆ, ਭੋਗੀ ਜਾ। ਅਜੇ ਸੋ ਰੱਬ ਨਾ ਬੋੜਿਓ, ਦੇਖ ਬੰਦੇ ਕੇ ਭਾਗ। ਕਹਿੰਦੇ ਹਾਲੇ ਵੀ ਰੱਬ ਵਾਲੇ ਪਾਸੇ ਨੂੰ ਨਹੀਂ ਬਿਰਤੀ ਕਰਦਾ, ਹਾਲੇ ਵੀ ਕਹਿੰਦਾ ਮੈਂ ਉੱਧਰ ਹੀ ਜਾਣਾ ਹੈ, ਹਾਲੇ ਵੀ ਜਿਹੜਾ ਹੈਗਾ ਆਹ ਫਲਾਣੇ ਕੰਮ ਦਾ ਕੀ ਹੋਇਆ, ਇੱਥੇ ਕੀ ਹੋਇਆ, ਉੱਥੇ ਕੀ ਹੋਇਆ। ਬਸ ਹਾਲੇ ਵੀ ਜਿਹੜਾ ਹੈਗਾ ਉਹੀ ਗੱਲਾਂ, ਉਹੀ ਚਾਲ। ਦੇਖੋ ਕਹਿੰਦੇ ਬੰਦੇ ਦੇ ਭਾਗ ਕੀ ਹੈ, ਇਨਸਾਨ ਦੀ ਜੂਨ ਪਾਈ ਹੋਈ ਆ, ਤੇ ਜਿਹੜਾ ਹੈਗਾ ਇਹਦੇ ਅੰਦਰ ਜਿਹੜਾ ਹੈਗਾ ਇੰਨਾ ਕੀਮਤੀ ਜਿਹੜਾ ਹੈਗਾ ਹੀਰਾ ਪਿਆ ਹੋਇਆ ਆ, ਅੰਮ੍ਰਿਤ ਪਿਆ ਹੋਇਆ ਆ, ਔਰ ਨਹੀਂ ਜਾਂਦਾ ਉਸ ਪਾਸੇ ਨੂੰ, ਨਹੀਂ ਨਿਕਲਦਾ ਇਹ ਗੇਮ 'ਚੋਂ ਬਾਹਰ, ਫਿਰ ਜੂਨਾਂ ਦੇ ਵਿੱਚ ਜਾਣਾ ਜਿਹੜਾ ਪਸੰਦ ਕਰ ਰਿਹਾ ਹੈ। ਹਾਂਜੀ ਵੀਰ ਜੀ। ਨਿੱਜਰ ਸਾਹਿਬ ਮੈਂ ਵੈਸੇ ਮਾਈਂਡ ਨਹੀਂ ਕਰਨਾ, ਸਾਧ ਸੰਗਤ ਜੀ ਇੱਕੋ ਟੌਪਿਕ ਉਮਰ ਦੇ ਨਾਲ ਜੁੜਿਆ ਤੇ ਬੜੀ ਵਧੀਆ ਉਦਾਹਰਨ ਹੈ। ਅੱਜ ਮੈਂ ਬਾਜ਼ਾਰ ਗਿਆ ਤੇ ਉੱਥੇ ਉਹ ਬੰਦੇ ਗੱਲ ਕਰਦੇ ਸੀ, ਨਹੀਂ ਅੱਜ ਦੀ ਨਹੀਂ ਕੱਲ ਦੀ ਗੱਲ ਹੈ, ਤੇ ਮੈਂ ਫੋਟੋ ਕਾਪੀ ਕਰਾਉਣ ਗਿਆ ਤੇ ਕਹਿੰਦੇ ਕਿ ਬਾਦਲ ਸਾਹਿਬ ਨੂੰ ਖਲੋਣਾ ਨਹੀਂ ਚਾਹੀਦਾ ਸੀ, ਬਹੁਤ ਬੁੱਢੇ ਹੋ ਗਏ, 5 ਵਾਰੀ ਬਣੇ ਆ ਪੰਜਾਬ ਦੇ ਪ੍ਰਧਾਨ ਮੰਤਰੀ। ਏਦਾਂ ਦੀ ਗੱਲਬਾਤ ਹੋਈ। ਵੇਖ ਲਓ ਬੰਦਾ ਤ੍ਰਿਪਤੀ ਨਹੀਂ ਆਇਆ। ਸਹੀ ਨਿੱਜਰ ਸਾਹਿਬ? ਬਿਲਕੁਲ ਸਹੀ। ਪ੍ਰਧਾਨ ਮੰਤਰੀ ਨਹੀਂ ਉਹ ਬਣੇ ਹੈਗੇ ਚੀਫ ਮਿਨਿਸਟਰ। ਮੈਂ ਚੀਫ ਮਿਨਿਸਟਰ ਬਣੇ ਨੇ ਤੇ ਵੇਖ ਲਓ 5 ਵਾਰੀ ਬਣੇ ਆ, ਤੇ ਫਿਰ ਵੀ ਮਨ ਨਹੀਂ ਤ੍ਰਿਪਤ ਹੋਇਆ ਨਾ। 85 ਪਤਾ ਨਹੀਂ ਕਿੰਨੇ ਸਾਲ ਉਮਰ ਹੈ। ਵੈਸੇ ਉਹਨਾਂ ਦਾ ਫਰਜ਼ ਬਣਦਾ ਸੀ ਕਹਿਣਾ ਕਿ ਨਹੀਂ ਯਾਰ ਬਸ ਹੋ ਗਿਆ, ਮੈਂ ਸੰਤੁਸ਼ਟ ਹੋ ਗਿਆ। ਇਹੋ ਹਿਸਾਬ ਸਾਨੂੰ ਫਰੀਦ ਜੀ ਸਮਝਾ ਰਹੇ ਨੇ। ਕਹਿੰਦੇ ਸਾਰਾ ਕੁਝ ਤੇ ਉੱਡ ਗਿਆ, ਰਹਿ ਕੀ ਗਿਆ? ਉਹ ਕਮ ਸੇ ਕਮ ਬੰਦਿਆ ਤੂੰ ਕਹਿ ਤੇ ਦੇ ਨਾ ਕਿ ਜੱਸ ਯਾਰ ਹੁਣ ਸੰਤੁਸ਼ਟੀ ਹੋ ਗਈ ਮੇਰੀ, ਮੈਂ ਹੁਣ ਬਸ ਹੋ ਗਿਆ। ਨਹੀਂ, ਟੂ ਮਚ ਆਲਰੇਡੀ।
पर नहीं, वो कहते नहीं, ऐसा बंदा रब की तो गल ही नहीं करता। बंदा आखिर तक बंदा तुरिया जाता, तुरिया जाता, तुरिया जाता। क्यों तुरिया जाता है साध संगत जी? क्योंकि माइक बंद कर। 95 अच्छा, साल हो गए बादल साहब दी। ओहो बाप रे बाप, 95 साल, बड़ी उम्र। देख लो जी, बाणी फिर बाणी गलत हो जू ना जे बाणी, जे लोग उदा का जीवन ना बतीत कर। निजर साहब बिल्कुल सही गल है। देख लो बंदे नूं माया इत्थे एक चीज है निजर साहब, माया माया ते हैगी आ। आला दुआला भावें तुहाडे तो माड़ा कर्म कराउणा चाहे, असल च तो बजुर्गां दी इच्छा नहीं होनी, पर आले दुआले ने कह के करवाता होना कि पापा जी तुसीं खलो जो। बिल्कुल बिल्कुल, पर फैसला तो उन्हां दा ही ना, मना कर दे तो कोई जबरदस्ती ते नहीं ना निजर साहब। बिल्कुल सही है। हाँ इत्थे साध संगत जी आपां किसी नूं कहना कुछ नहीं है। वैसे मैं गल करदा, आपां किहड़े उन्हां तो घट आ, आपां ते उन्हां दे पिओ आ। सही है निजर साहब? बिल्कुल, आपां ने अपना ही देखना। हाँ क्योंकि आपां भी तो वो चीज ही हाँ। पर इहो बाणी ते वो कहंदी है कि भाई कद तक तुरया जावेगा, कदे ते कहदे ना। हर दिन ही वो जितन दे ने, काम क्रोध लोभ मोह हंकार, शाम तक तेन धुई फिरदे। हर पल तू अपने मन च वेख, तेन पता लगूगा तेरा जीवन किधर जा रहा। किते राग च नहीं बैठा, किते द्वैत च नहीं बैठा, तेरे मन के अंदर किहड़े विचार चलते ने। किते मच्छियां ते नहीं फड़दा फिरदा तू, किते बंदगी बारे भी विचार हैगा ही। क्योंकि फैसला तेरा वा और ये लेना भी तेनों पैना। और इत्थे संगत च तो होर ते कोई चीज सिखाई नहीं जाती। जिहड़ी चीज मैं देखी है बाणी च ते वो कहा जा रहा कि सारा दिन तेरा लंघन दिया, और इसे तरह तेरे पता नहीं किन्ने साल लंघ गए ने, किन्ने तेरे जन्म लंघ गए ने। फिर वो बाणी च कहंदे ने ऐसे कर हम बहुत बसाए जब हम गर्भ राम गर्भ होया है, जब हम राम गर्भ होए। हाँ जी, हाँ कहंदे मैं बहुत घर बसाए, मैनू पता होवे गेम दा, पता लग गया। ये अज वारी नहीं, बड़ी पुरानी गेम खेडन दिया मैं, पर हुण नहीं मैं बहुता पंगा लेना, क्योंकि रूल दा पता लग गया ना कि ये तो मैं वो कुछ इदां दा कर रहा। और मैनू मैं घूम घूम के फिर उत्थे आ जाना सुई दी घड़ी वांगू। मैं जान नहीं दिया किते, उत्थे ही आ मैं। चलदा ते सुई बहुत है, किन्ना सफर करदी बेचारी, पर पहुंचदी नहीं किते, क्योंकि सर्कल च घूम रही है। वो सब साडा अज दी विचार निजर साहब इत्थे। हाँ जी, बहुत वधिया गोरखी साहब, ठीक है। एक ओंकार सतनाम करता पुरख निर्भाओ निर्वैर अकाल मूरत अजूनी सैभं गुर प्रसाद। हे मेरे पिता गरीब नवाज, बाणी पढ़दे आ, विचार करदे आ, बाणी सरवण करदे आ, अनेकां प्रकार दीयां भुलां ते गलतियां हो गईयां। निदान बच्चे समझ के माफ करो, अगे तो शुद्ध ते स्पष्ट बाणी पढ़न दी आग्या बख्शनी। आईयां संगतां दी हाजरी अपने दर ते प्रवान करनी मेरे पिता। देन रोकता बख्शनी, तंदुरुस्ती बख्शनी, समत बख्शनी, नामदन बख्शना, भक्ति बख्शनी मेरे मालिक। वाहिगुरु जी का खालसा, वाहिगुरु जी की फतेह। वाहिगुरु 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 वाहिगुरु
ਵਾਹਿਗੁਰੂ 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 ਤਾਂ ਸੰਗਤ ਜੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ